फ्रॉम डे 1 टू टुडे ਇੱਕੋ ਹੀ ਰਫਤਾਰ ਦੇ ਨਾਲ ਮਨੋਰਥ ਇੱਕੋ ਹੀ ਸੀ ਕਿ ਮੈਂ ਆਪਣੇ ਕੰਸਟੀਟੂਐਂਟਸ ਨੂੰ ਜਿਹੜਾ ਹੈਗਾ ਉਹ ਬੈਟਰ ਸਰਵ ਕਰਾਂ ਕਿ ਉਹਨਾਂ ਦਾ ਚੁਣਿਆ ਨੁਮਾਇੰਦਾ ਉਹਨਾਂ ਦੇ ਵਿੱਚ ਉਹਨਾਂ ਵਰਗਾ ਹੋ ਕੇ ਜਿਹੜਾ ਅੱਜ ਤੱਕ ਵਿਚਰਦਾ। ਜਦੋਂ ਸਰੀ ਨਿਊਟਨ ਦੀ ਗੱਲ ਕਰਦੇ ਹੈਗੇ ਆ ਮੈਨੂੰ ਪਹਿਲਾਂ ਇਹ ਲੱਗਦਾ ਹੁੰਦਾ ਸੀ ਅਸੀਂ ਬੜੀ ਗਰੋਨ ਅਪ ਪਾਪੂਲੇਸ਼ਨ ਆ ਇੱਥੇ ਬੱਚੇ ਜਿਹੜੇ ਆ ਉਹ ਨਹੀਂ ਹੈਗੇ, ਪਰ ਮੈਂ ਹੁਣ ਦੇਖ ਰਿਹਾ ਹੈਗਾ ਕਿ ਜਦੋਂ ਮੈਂ ਅੰਕੜੇ ਮੰਗਾਏ ਤਾਂ ਉਹਦੇ ਵਿੱਚ ਅਸੀਂ $100 ਮਿਲੀਅਨ ਤੋਂ ਡਾਲਰ ਜ਼ਿਆਦਾ ਇੱਕ ਸਾਲ ਦੇ ਵਿੱਚ ਕੈਨੇਡਾ ਚਾਈਲਡ ਬੈਨੀਫਿਟ ਇੱਥੇ ਆਇਆ। ਉਹ NDP ਨੇ ਪਿਛਲੀ ਵਾਰ ਮੈਨੂੰ ਯਾਦ ਆ ਕਿ ਕੰਜ਼ਰਵੇਟਿਵ ਦੀ ਮਦਦ ਕਰਕੇ ਲਿਬਰਲ ਸਰਕਾਰ ਸਿੱਟੀ, ਉਦੋਂ ਕੀ ਹੋਇਆ ਕਲੋਨਾ ਅਕੋਰਡ ਉਹ ਵੀ ਗਿਆ, ਕਿਓਟੋ ਉਹ ਵੀ ਗਿਆ। ਤਾਂ ਹੀ ਮੈਂ ਕਲੀਅਰ ਕੁਐਸਚਨ ਜਿਹੜਾ ਵਾ NDP ਨੂੰ ਵੀ ਪੁੱਛਿਆ ਵੀ ਭਾਈ ਤੁਹਾਡਾ ਲੀਡਰ ਜਿਹੜਾ ਵਾ NDP ਦਾ ਉਹ ਕਲੀਅਰ ਕਿਉਂ ਨਹੀਂ ਕਰਦਾ ਵੀ ਉਹ ਪ੍ਰੋਪ ਅਪ ਕਰਨਗੇ ਕੰਜ਼ਰਵੇਟਿਵ ਗਵਰਨਮੈਂਟ ਨੂੰ। ਇਸ ਕੰਸਟੀਟੂਐਂਸੀ ਉਹਨਾਂ ਦੀ ਸਾਰਿਆਂ ਨਾਲੋਂ ਵੱਡੀ ਸਮੱਸਿਆ ਜਿਹੜੀ ਹਜੇ ਵੀ ਚੱਲ ਰਹੀ ਆ ਉਹ ਇਮੀਗ੍ਰੇਸ਼ਨ ਦੀ ਹੈਗੀ। ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਨੂੰ ਇੱਥੇ ਲੈ ਕੇ ਆਉਣਾ, ਸਪਾਊਸਲ ਕੇਸ ਉਹ ਹੈਗਾ, ਉਸ ਕਰਕੇ ਉਹਨਾਂ ਨੂੰ 1% ਤੋਂ ਵੀ ਥੱਲੇ ਜਿਹੜਾ ਹੈਗਾ ਆਲਮੋਸਟ ਨੋ ਇੰਟਰਸਟ 'ਤੇ ਮਨੀ ਮਿਲ ਗਈ। ਜੇ ਇਹੀ ਬੋਝ ਅਸੀਂ ਤੁਹਾਡੇ ਲੋਕਾਂ 'ਤੇ ਕੈਨੇਡੀਅਨ ਲੋਕਾਂ 'ਤੇ ਪਾਉਂਦੇ ਜਾਂ ਅਸੀਂ ਬਿਜ਼ਨਸ 'ਤੇ ਪਾਉਂਦੇ, ਅੱਜ ਬਹੁਤ ਸਾਰੇ ਬਿਜ਼ਨਸ ਜਿਹੜੇ ਸੀਗੇ ਉਹ ਬੈਂਕਰਪਟ ਹੋ ਜਾਣੇ ਸੀ, ਬਹੁਤ ਸਾਰੀਆਂ ਨੌਕਰੀਆਂ ਜਿਹੜੀਆਂ ਲੋਕਾਂ ਦੀਆਂ ਉਹ ਚਲੇ ਜਾਣੀਆਂ ਸੀ। ਕੈਨੇਡਾ ਦੇ ਉੱਤੇ ਲਗਾਤਾਰ ਵਧ ਰਿਹਾ ਬਿਲੀਅਨਸ ਐਂਡ ਬਿਲੀਅਨਸ ਆਫ ਡਾਲਰ। ਹੁਣ ਦੀ ਗੱਲ ਕਰੀਏ ਤਾਂ 31.8 ਬਿਲੀਅਨ ਦੇ ਨੇੜੇ ਤੇੜੇ ਡੈਫਿਸਿਟ ਜਿਹੜਾ ਉਹ ਦੱਸਿਆ ਜਾ ਰਿਹਾ ਤੇ 2021 ਦੇ ਪਲੇਟਫਾਰਮ ਦੇ ਵਿੱਚ ਹੋਰ 78 ਬਿਲੀਅਨ ਲਾਉਣ ਦੀ ਗੱਲ ਕੀਤੀ ਜਾ ਰਹੀ ਹੈ। ਹੁਣ ਇਹ ਮਨੀ ਕਿੱਥੋਂ ਆਏਗੀ? ਕਿਉਂਕਿ ਅਸੀਂ ਪਬਲਿਕ ਸੇਫਟੀ 'ਚ ਵਿਸ਼ਵਾਸ ਰੱਖਦੇ ਹਾਂ ਔਰ ਦੂਸਰੇ ਪਾਸੇ ਕੰਜ਼ਰਵੇਟਿਵ ਲੀਡਰ ਓਟੂਲ ਨੇ ਉਹ ਕਹਿੰਦੇ ਮੈਂ ਆਇਆ ਮੈਂ ਇਹ ਜਿਹੜਾ ਲੈਜਿਸਲੇਸ਼ਨ ਉਹਨੂੰ ਰਿਪੈਲ ਕਰ। ਕਿਉਂ? ਕਿਉਂਕਿ ਉਹ ਸਿਰਫ ਤੇ ਸਿਰਫ ਚਾਹੁੰਦੇ ਨੇ ਕਿ ਉਹ ਜਿਹੜੀ ਗਨ ਲੌਬੀ ਆ ਉਹਦੀ ਮਦਦ ਕਰਨ, ਕਿਉਂਕਿ ਗਨ ਲੌਬੀ ਆ ਜਿਨ੍ਹਾਂ ਨੇ ਉਹਨਾਂ ਨੂੰ ਲੀਡਰ ਬਣਾਉਣ ਦੇ ਵਿੱਚ ਇੰਡੋਰਸਮੈਂਟ ਕੀਤੀ। ਵੀ ਉਹ ਬਿਲ ਬੋਰਡ ਤਾਂ ਹੀ ਲੱਗੇ ਹੋਏ ਨੇ ਵੀ ਉਹ ਇਲੈਕਸ਼ਨ 'ਚ ਆਏ ਤਾਂ ਮੁੜ ਕੇ ਉਹ ਟੱਕਰਦੇ ਨਹੀਂ। ਇਲੈਕਸ਼ਨ ਟਾਈਮ ਐਡਵਰਟਾਈਜ਼ਮੈਂਟ ਹੋਈ ਤੇ ਚਲੇ ਗਏ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸੌਂਸਾ TV। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ। ਡਿਸੀਜ਼ਨ 2021 ਫੈਡਰਲ ਇਲੈਕਸ਼ਨ ਦੇ ਨਾਲ ਜੁੜੀ ਹਰ ਇੱਕ ਖਬਰ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਅੱਜ ਅਸੀਂ ਪਹੁੰਚੇ ਹੋਏ ਹਾਂ ਸਰੀ ਨਿਊਟਨ, ਜਿੱਥੇ ਕੈਂਪੇਨ ਆਫਿਸ ਹੈ ਮਿਸਟਰ ਸੁਖ ਧਾਲੀਵਾਲ ਦਾ। ਲਿਬਰਲ ਕੈਂਡੀਡੇਟ ਨੇ, ਫਿਰ ਤੋਂ ਰਨ ਕਰ ਰਹੇ ਨੇ, 4 ਵਾਰ MP ਰਹਿ ਚੁੱਕੇ ਨੇ ਤੇ ਉਹਨਾਂ ਦੇ ਨਾਲ ਅੱਜ ਗੱਲ ਕਰਾਂਗੇ ਕਿ ਕੀ ਇਸ਼ੂਜ਼ ਨੇ, ਕਿਹੜੇ ਇਸ਼ੂਜ਼ ਦੇ ਉੱਤੇ ਕੰਮ ਕਰਨਾ ਚਾਹੁੰਦੇ ਨੇ, ਕਿਹੜੇ ਇਸ਼ੂਜ਼ 'ਤੇ ਉਹ ਕੰਮ ਕਰ ਚੁੱਕੇ ਨੇ, ਕਮਿਊਨਿਟੀ ਦੇ ਵਿੱਚੋਂ ਕਿਸ ਤਰ੍ਹਾਂ ਦਾ ਰਿਸਪੌਂਸ ਆ ਰਿਹਾ। ਆਓ ਫਿਰ ਚੱਲੀਏ ਕੈਂਪੇਨ ਆਫਿਸ ਦੇ ਵਿੱਚ ਤੇ ਕਰੀਏ ਗੱਲਬਾਤ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 4 ਵਾਰ MP ਰਹਿ ਚੁੱਕੇ ਸੁਖ ਧਾਲੀਵਾਲ ਸਰੀ ਨਿਊਟਨ ਤੋਂ ਇੱਕ ਵਾਰ ਫਿਰ ਤੋਂ ਰਾਈਡਿੰਗ ਤੋਂ ਅੱਗੇ ਆਏ ਨੇ ਜਿੱਤਣ ਦੇ ਲਈ ਕਿ ਲਿਬਰਲਸ ਨੂੰ ਵੋਟ ਪਾਈ ਜਾਵੇ ਤੇ ਉਹਨਾਂ ਨੂੰ ਇੱਕ ਵਾਰ ਫਿਰ ਤੋਂ ਜਿਤਾਇਆ ਜਾਵੇ ਤਾਂ ਕਿ ਉਹ ਤੁਹਾਡੇ ਲਈ ਕੰਮ ਕਰ ਸਕਣ। ਪੋਸਟ ਪੈਂਡੈਮਿਕ ਰਿਕਵਰੀ ਪਲਾਨ ਇਹ ਲੈ ਕੇ ਆਏ ਨੇ। ਹੋਰ ਕੀ ਕੁਝ ਇਹਨਾਂ ਦੇ ਵੱਲੋਂ ਕੀਤਾ ਗਿਆ ਸਰੀ ਨਿਊਟਨ ਦੇ ਲਈ ਤੇ ਹੋਰ ਕੀ ਕੁਝ ਕੀਤਾ ਜਾਵੇਗਾ ਆਉਣ ਵਾਲੇ ਸਾਲਾਂ ਦੇ ਵਿੱਚ। ਆਓ ਕਰੀਏ ਗੱਲਬਾਤ ਤੇ ਇਹਨਾਂ ਦੇ ਸਵਾਗਤ ਕਰ ਲੈਂਦੇ ਹਾਂ। ਸੋ ਧਾਲੀਵਾਲ ਸਾਹਿਬ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਪਹਿਲਾਂ ਮੇਰੇ ਵੱਲੋਂ ਤੁਹਾਨੂੰ ਔਰ ਸਾਂਝਾ TV ਦੇ ਸਮੂਹ ਦਰਸ਼ਕਾਂ ਨੂੰ ਬਹੁਤ ਪਿਆਰ ਤੇ ਬਹੁਤ ਸਤਿਕਾਰ ਔਰ ਧੰਨਵਾਦ ਕਿ ਤੁਸੀਂ ਸਾਡੇ ਸਰੀ ਨਿਊਟਨ ਦੇ ਕੈਂਪੇਨ ਆਫਿਸ ਦੇ ਵਿੱਚ ਜਿਹੜਾ ਚੱਲ ਕੇ ਆਏ ਹੋ। ਬਿਲਕੁਲ, ਅਸੀਂ ਅੱਜ ਕੈਂਪੇਨ ਆਫਿਸ ਪਹੁੰਚੇ ਹੋਏ ਹਾਂ। ਅਸੀਂ ਦੇਖ ਰਹੇ ਹਾਂ ਕਿ ਬਹੁਤ ਤਿਆਰੀਆਂ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਹੈਗੀਆਂ ਨੇ। ਹੁਣ ਪਿਛਲੇ ਸਾਲਾਂ ਦੇ ਵਿੱਚ ਅਸੀਂ ਕੈਂਪੇਨ ਕਰਦੇ ਆ ਰਹੇ ਹੈਗੇ ਹਾਂ, ਤੁਸੀਂ ਕੈਂਪੇਨ ਕਰਦੇ ਆ ਰਹੇ ਹੈਗੇ ਹੋ। ਉਹਨਾਂ ਸਾਲਾਂ ਤੋਂ ਹੁਣ 2021 ਦੀ ਕੈਂਪੇਨ ਕਿਸ ਤਰ੍ਹਾਂ ਡਿਫਰੈਂਟ ਹੈ, ਕਿਵੇਂ ਰਿਸਪੌਂਸ ਆ ਰਿਹਾ? ਦੇਖੋ, ਸਾਨੂੰ ਪਹਿਲਾਂ ਤਾਂ ਇਹ ਹੈਗਾ ਸੀ ਵੀ ਇਹ ਸਾਰਿਆਂ ਨਾਲੋਂ ਜ਼ਿਆਦਾ ਇੰਪੋਰਟੈਂਟ ਇਲੈਕਸ਼ਨ ਹੈਗਾ ਜਿੰਨੇ ਵੀ ਇਲੈਕਸ਼ਨ ਅੱਜ ਤੱਕ ਮੈਂ ਲੜੇ, ਔਰ ਇਹ ਕ੍ਰਿਟੀਕਲ ਵੀ ਹੈਗਾ ਔਰ ਇਹਦੇ ਵਿੱਚ ਮੈਨੂੰ ਸਪੋਰਟ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਮਿਲ ਰਹੀ। ਉਹ ਜਦੋਂ ਮੈਂ ਉਹ ਦੇਖਦਾ ਸਪੋਰਟ, ਉਹ ਇੱਕ ਇੰਡੋਰਸਮੈਂਟ ਹੈਗੀ ਆ ਕਿ ਮੈਂ ਉਹਨਾਂ ਲੋਕਾਂ ਲਈ। ਇਨਫੈਕਟ ਜਦੋਂ ਮੈਂ ਕੱਲ੍ਹ ਵੀ ਦੇਖਦਾ ਸੀ, ਕੱਲ੍ਹ ਸਰੀ ਬੋਰਡ ਆਫ ਟ੍ਰੇਡ ਦੀ, ਉੱਥੇ ਵੀ ਉਹ ਕੁਐਸਚਨ ਰੇਜ਼ ਕੀਤਾ ਸੀ ਵੀ ਜਿਹੜਾ ਚੁਣਿਆ ਹੋਇਆ ਨੁਮਾਇੰਦਾ, ਐਕਸੈਸੀਬਿਲਿਟੀ ਅਤੇ ਅਕਾਊਂਟੇਬਿਲਿਟੀ, ਜਦੋਂ ਦੇਖਦੇ ਹੈਗੇ ਆ ਕਿ ਐਕਸੈਸੀਬਲ ਦੀ ਗੱਲ ਕਰ ਲਈ, ਅਕਾਊਂਟੇਬਿਲਿਟੀ, ਦੇयर इज़ नो अदर ਮੈਂਬਰ ਮੈਂ ਕਹਿੰਦਾ ਕੈਨੇਡਾ 'ਚ ਜਿਹੜਾ
ਅਨਪੈਰਲਡ ਜਿਹੜੀ ਹੈਗੀ ਆ ਉਹ ਕਿਉਂਕਿ ਮੇਰਾ 24 ਘੰਟੇ 7 ਦਿਨ ਫਰੋਮ ਡੇ 1 ਟੂ ਟੂਡੇ ਇੱਕੋ ਹੀ ਰਫਤਾਰ ਦੇ ਨਾਲ ਮਨੋਰਥ ਇੱਕੋ ਹੀ ਸੀ ਕਿ ਮੈਂ ਆਪਣੇ ਕੰਸਟੀਟੂਐਂਟਸ ਨੂੰ ਜਿਹੜਾ ਹੈਗਾ ਉਹ ਬੈਟਰ ਸਰਵ ਕਰਦਾ। ਔਰ ਜਦੋਂ ਉਹਨੂੰ ਮੈਂ ਦੇਖਦਾ ਤਾਂ ਨੈਸ਼ਨਲ ਲੈਵਲ ਦੇ ਉੱਤੇ ਜਿਹੜੀ ਜਸਟਿਨ ਟਰੂਡੋ ਉਹਨਾਂ ਨੇ ਲਿਬਰਲ ਪਾਰਟੀ ਨੇ ਲੀਡਰਸ਼ਿਪ ਦਿਖਾਈ ਹੈਗੀ ਆ ਡਿਊਰਿੰਗ ਕੋਵਿਡ ਕਿ ਕਿਸ ਤਰੀਕੇ ਦੇ ਨਾਲ ਜਿਹੜੀਆਂ ਬਣਦੀਆਂ ਸਹੂਲਤਾਂ ਚਾਹੇ ਉਹ ਇੰਡੀਵਿਜੂਅਲ ਸੀ, ਚਾਹੇ ਉਹ ਬਿਜ਼ਨੈਸ ਸੀ, ਚਾਹੇ ਉਹ ਸਟੂਡੈਂਟ ਸੀ, ਚਾਹੇ ਉਹ ਸੀਨੀਅਰ ਸੀ, ਉਹਨਾਂ ਥਾਈਂ ਮੁਹੱਈਆ ਕਰਾਈਆਂ। ਨਾਲ ਵੈਕਸੀਨੇਸ਼ਨ ਜਿਹੜੀ ਹੈਗੀ ਦੁਨੀਆ ਵਿੱਚ ਲੀਡਰ ਹੋ ਕੇ ਉੱਭਰੇ। ਸਤੰਬਰ ਐਂਡ ਤੇ ਉਹਨਾਂ ਨਾਲ ਵਾਅਦਾ ਸੀਗਾ ਲੋਕਾਂ ਦੇ ਨਾਲ, ਕੈਨੇਡੀਅਨ ਨਾਲ 2 ਮਹੀਨੇ ਪਹਿਲਾਂ ਜਿਹੜਾ ਵਾ ਉਹ ਵਾਅਦਾ ਡਿਲੀਵਰ ਕਰ ਦੇਣਾ। ਸੋ ਇਹ ਚੀਜ਼ ਨੂੰ ਮੱਦੇਨਜ਼ਰ ਰੱਖਦੇ ਆ ਲੋਕ ਜਿਹੜੇ ਨੇ ਉਹ ਜਦੋਂ ਕਹਿੰਦੇ ਨੇ ਇਸ ਵੇਲੇ ਵੱਡਾ ਹੰਗਾਰਾ ਮੈਨੂੰ ਮਿਲ ਰਿਹਾ, ਉਹ ਹੰਗਾਰਾ ਇਸੇ ਗੱਲ ਦਾ ਹੀ ਆ ਬਈ ਨੈਸ਼ਨਲ ਲੈਵਲ ਦੇ ਉੱਤੇ ਜਸਟਿਨ ਟਰੂਡੋ ਉਹਨਾਂ ਨੂੰ ਐਂਡੋਰਸ ਕਰਦੇ ਪਏ ਨੇ ਔਰ ਲੋਕਲ ਲੈਵਲ ਤੇ ਜਦੋਂ ਦੇਖਦੇ ਆ ਕਿ ਉਹਨਾਂ ਦਾ ਚੁਣਿਆ ਨੁਮਾਇੰਦਾ ਉਹਨਾਂ ਦੇ ਵਿੱਚ ਉਹਨਾਂ ਵਰਗਾ ਹੋ ਕੇ ਜਿਹੜਾ ਅੱਜ ਤੱਕ ਵਿਚਰਦਾ। ਪਾਰਲੀਮੈਂਟ ਦੇ ਕੰਮ ਤਾਂ ਮੈਂ ਕਰਦਾ ਹੀ ਕਰਨਾ, ਉਹ ਕਰਨੇ ਹੀ ਪੈਂਦੇ ਸਾਰਿਆਂ ਨੂੰ ਬਰਾਬਰ ਦੇ, ਪਰ ਆਪਦੇ ਸਮੇਂ 'ਚੋਂ ਸਮਾਂ ਕੱਢ ਕੇ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੋਣਾ ਜਾਂ ਲੋਕਾਂ ਥਾਈਂ ਜਿਹੜੀ ਹੈਗੀ ਉਹ ਪਹੁੰਚ ਕਰਨੀ, ਉਹ ਜਿਹੜਾ ਹੈਗਾ ਵਾ ਬੜਾ ਪੋਜ਼ਿਟਿਵ ਪੁਆਇੰਟ ਅੱਗੇ ਉੱਭਰ ਕੇ ਆ ਰਿਹਾ। ਇਹੀ ਲੋਕ ਮੈਨੂੰ ਕਹਿ ਰਹੇ ਆ ਕਿ ਇੱਕ ਉਹ ਨੁਮਾਇੰਦਾ ਹੈਗਾ ਜਿਹਦੇ ਅਸੀਂ ਟਰਸਟ ਕਰ ਸਕਦੇ ਹਾਂ, ਜਿਹੜਾ ਸਾਡੇ ਵਿੱਚ ਰਹਿੰਦਾ, ਈਜ਼ੀਲੀ ਐਕਸੈਸੀਬਲ ਹੈਗਾ। ਸੋ ਉਹ ਐਂਡੋਰਸਮੈਂਟ ਜਿਹੜੀ ਹੈਗੀ ਇੱਕ ਬਹੁਤ ਵੱਡੀ ਐਂਡੋਰਸਮੈਂਟ ਹੈ। ਸੋ ਇਸ ਕਰਕੇ ਮੈਂ ਬਹੁਤ ਧੰਨਵਾਦ ਕਰਦਾ ਜਿੰਨਾ ਉਤਸ਼ਾਹ ਮੈਨੂੰ ਦੇ ਰਹੇ ਆ। ਪਰ ਇੱਕ ਅਸਲੀ ਗੱਲ ਇਹ ਹੈਗੀ ਆ ਕਿ 10, 11, 12, 13 ਨੂੰ ਐਡਵਾਂਸ ਪੋਲ ਹੋਣੀ ਆ, ਉਹਦੇ ਵਿੱਚ ਵੱਧ ਤੋਂ ਵੱਧ ਵੋਟ ਪਾਈਏ ਔਰ 20 ਸਤੰਬਰ ਨੂੰ ਜਿਹੜਾ ਉਹ ਸਰੀ ਨਿਊਟਨ ਤੋਂ ਆਪਦਾ ਪਰਖਿਆ ਹੋਇਆ ਉਮੀਦਵਾਰ ਜਿਸ ਤਰ੍ਹਾਂ ਸੁਖ ਧਾਲੀਵਾਲ ਤੇ ਨੈਸ਼ਨਲ ਲੈਵਲ ਦੇ ਉੱਤੇ ਪਰਖਿਆ ਹੋਇਆ ਲੀਡਰ ਜਸਟਿਨ ਟਰੂਡੋ। ਬਹੁਤ ਵਧੀਆ ਤੁਸੀਂ ਦੱਸਿਆ ਕਿ ਐਕਸੈਸਿਬਿਲਿਟੀ ਤੇ ਅਕਾਊਂਟੇਬਿਲਿਟੀ ਦੀ ਜਦੋਂ ਗੱਲ ਆਉਂਦੀ ਹੈ ਤਾਂ ਸੁਖ ਧਾਲੀਵਾਲ ਦਾ ਨਾਮ ਸਭ ਤੋਂ ਪਹਿਲੇ ਨੰਬਰ ਤੇ ਲਿਆ ਜਾਂਦਾ। ਅਸੀਂ ਪਲੈਟਫਾਰਮ 2021 ਦੀ ਵੀ ਗੱਲ ਕਰਾਂਗੇ, ਪਰ ਅਸੀਂ ਪਿਛਲੇ ਪਲੈਟਫਾਰਮ ਤੇ ਚੱਲਦੇ ਹਾਂ ਕਿ ਜਦੋਂ ਪਿਛਲੇ ਸਾਲਾਂ ਦੇ ਵਿੱਚ ਕਿਹੜੇ ਸੁਧਾਰ ਸੁਖ ਧਾਲੀਵਾਲ ਦੇ ਵੱਲੋਂ ਸਰੀ ਨਿਊਟਨ ਦੇ ਵਿੱਚ ਕੀਤੇ ਗਏ। ਦੇਖੋ, ਜਦੋਂ ਅਸੀਂ ਸਰੀ ਦੀ ਗੱਲ ਕਰਦੇ ਹਾਂ ਕਿਉਂਕਿ ਸਰੀ ਨਿਊਟਨ ਜਿਹੜੀ ਹੈਗੀ ਕਿਉਂਕਿ ਅਸੀਂ ਇੰਟਰਮਿੰਗਲਡ ਹੈਗੇ ਹਾਂ। ਸਾਰਿਆਂ ਨਾਲੋਂ ਪਹਿਲਾਂ ਤਾਂ ਇਹ ਸੀਗਾ ਕਿ ਬਹੁਤ ਵੱਡੀ ਇਮੀਗ੍ਰੈਂਟ ਕਮਿਊਨਿਟੀ ਹੈਗੀ ਇੱਥੇ, ਠੀਕ ਹੈ ਨਾ। ਤੁਸੀਂ ਪਿੱਛੇ ਗੱਲ ਕਰਦੇ ਹੈਗੇ ਆ ਤਾਂ ਕੰਜ਼ਰਵੇਟਿਵ ਪਾਰਟੀ ਨੇ ਰਿਗਰੈਸਿਵ ਇਮੀਗ੍ਰੇਸ਼ਨ ਪਾਲਿਸੀਜ਼ ਲੈ ਕੇ ਆਉਂਦੀਆਂ। ਸਿਸਟੈਮਿਕਲੀ ਉਹਨਾਂ ਨੇ ਜਿਹੜਾ ਸੀ ਫੈਮਲੀਜ਼ ਨੂੰ ਇਕੱਠੇ ਕਰਨ ਦਾ ਕੰਮ ਜਿਹੜਾ ਸੀ ਉਹ ਬੰਦ ਕਰਿਆ, ਜਿਹਦੇ ਵਿੱਚ ਸਪਾਊਸਲ ਕੇਸ ਜਿਹੜਾ ਸੀ 3-3, 4-4 ਸਾਲ ਲੱਗਦੇ ਸੀ। ਅਸੀਂ ਉਹਨੂੰ ਘਟਾ ਕੇ ਕਿਹਾ ਵੀ ਅਸੀਂ ਵਿਦਨ 1 ਈਅਰ ਸਾਰਿਆਂ ਦੇ ਫੈਸਲੇ ਜਿਹੜੇ ਆ ਉਹ ਕਰਾਂਗੇ। ਔਰ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਨੂੰ 7 ਸਾਲ ਲੱਗਦੇ ਸੀਗੇ, ਉਹ ਅਸੀਂ ਜਿਹੜੇ ਸੀ ਉਹ ਘਟਾਏ ਔਰ ਉਹ ਜਿਹੜੀ ਵੇਟਿੰਗ ਲਿਸਟ ਸੀਗੀਆਂ ਉਹ ਘਟਾਈਆਂ। ਗੱਲ ਉੱਥੇ ਹੀ ਨਹੀਂ, ਇਨਫੈਕਟ ਜਿਹੜਾ ਸਿਸਟੈਮਿਕਲੀ ਉਹ ਬੰਦ ਕਰਦੇ ਸੀ। ਜਦੋਂ 2015 'ਚ ਅਸੀਂ ਇਲੈਕਸ਼ਨ ਲੜਿਆ ਉਦੋਂ ਵਾਅਦਾ ਕੀਤਾ ਸੀਗਾ ਵੀ ਅਸੀਂ ਜਿਹੜਾ ਹੈਗਾ ਅਸੀਂ ਡਬਲ ਕਰਾਂਗੇ ਨੰਬਰ ਆਫ ਐਪਲੀਕੇਸ਼ਨ, ਕਿ ਉਹ 5000 ਲੈਂਦੇ ਸੀ, ਅਸੀਂ ਉਹਨੂੰ 10000 ਐਪਲੀਕੇਸ਼ਨ ਕਿਹਾ ਸੀ ਕਰਾਂਗੇ। ਪਰ ਜੇ ਐਵਰੇਜ ਦੇਖੋ ਅੱਜ ਤੱਕ 20000 ਐਪਲੀਕੇਸ਼ਨ ਲਈ ਆ ਔਰ ਡਿਪੈਂਡੈਂਟ ਦੀ ਏਜ 18 ਸਾਲ ਤੋਂ ਵਧਾ ਕੇ 22 ਸਾਲ ਕੀਤੀ ਤਾਂ ਕਿ ਹੋਰ ਵੀ ਪਾਰਟਿਸਪੈਂਟ ਹੋ 'ਚ ਐਸ ਲੋਨ ਇਕੱਲੇ ਸਾਲ ਦੇ ਵਿੱਚ 30000 ਐਪਲੀਕੇਸ਼ਨ 6 ਗੁਣਾ ਐਪਲੀਕੇਸ਼ਨ ਜਿਹੜੀ ਆ ਕੰਜ਼ਰਵੇਟਿਵ ਪਾਰਟੀ ਨਾਲੋਂ ਜ਼ਿਆਦਾ ਲਈ। ਇਹ ਹੈਗਾ ਇਮੀਗ੍ਰੇਸ਼ਨ ਦੀ ਗੱਲ। ਇੱਕ ਸਰੀ ਬੜੀ ਗਰੋਇੰਗ ਮਿਊਨਿਸਪੈਲਿਟੀ ਹੈਗੀ ਆ, ਇਹਦੇ ਵਿੱਚ ਇਨਫਰਾਸਟਰਕਚਰ ਦੀ ਬੜੀ ਲੋੜ ਹੈਗੀ ਆ, ਚਾਹੇ ਉਹ ਸਾਡੀ ਯੂਨੀਵਰਸਿਟੀਜ਼ ਨੇ, ਚਾਹੇ ਉਹ ਸਾਡੇ ਰੈਕਰੀਏਸ਼ਨ ਸੈਂਟਰ ਨੇ, ਚਾਹੇ ਉਹ ਟਰਾਂਸਪੋਰਟੇਸ਼ਨ ਹੈਗੀ ਆ। ਉਹਦੇ ਵਿੱਚ ਰੈਕਡ ਬੜਾ ਕਲੀਅਰ ਹੈਗਾ ਸਾਡਾ। ਸਾਈਮਨ ਫਰੇਜ਼ਰ ਯੂਨੀਵਰਸਿਟੀ ਰਣਦੀਪ ਉਹਨਾਂ ਦੀ ਰਾਈਡਿੰਗ ਦੇ ਵਿੱਚ ਪੈਂਦੀ ਹੈ। $40 ਮਿਲੀਅਨ ਅਸੀਂ ਇਨਵੈਸਟ ਕੀਤੇ, ਨਵਾਂ ਬੈਂਕ ਬਣਾਉਣਾ ਸੀਗਾ ਪ੍ਰੋਵਿੰਸ਼ੀਅਲ ਗਵਰਨਮੈਂਟ ਦੇ ਨਾਲ ਰਲ ਕੇ। ਕੁਆਂਟਲ ਪੋਲੀਟੈਕਨਿਕ ਯੂਨੀਵਰਸਿਟੀ ਨੇ ਕਿਹਾ ਅਸੀਂ ਇਹਨੂੰ ਵੱਡੇ ਕਰਨਾ, ਉੱਥੇ ਜਿਹੜੀ ਲੋੜ ਪਈ ਉਹ ਅਸੀਂ ਪ੍ਰੋਵਿੰਸ਼ੀਅਲ ਗਵਰਨਮੈਂਟ ਨਾਲ ਮਿਲ ਕੇ ਉਹ ਦਿੱਤੇ। ਸਰੀ ਨਿਊਟਨ ਬੇ ਪੂਲ ਦੀ ਗੱਲ ਕਰਦੇ, ਕਹਿੰਦੇ ਜੀ ਛੱਤ ਚੇਂਜ ਕਰਾਉਣੀ ਸੀਗਾ, ਉਹ ਵੀ ਮਿਲ ਜਾਏਗੀ। ਉਸ ਤੋਂ ਬਾਅਦ ਜਦੋਂ ਮੇਅਰ ਮਕੈਲਮ ਉਹਨਾਂ ਦੀ ਗੱਲ ਕਰਦੇ, ਉਹਨਾਂ ਨੇ ਪਿਛਲੇ ਸਮੇਂ ਸਾਡੇ ਨਾਲ ਮੇਰੇ ਨਾਲ ਜਿਹੜੀਆਂ ਮੀਟਿੰਗਸ ਕੀਤੀਆਂ ਉਹਦੇ ਵਿੱਚ ਇੱਕੋ ਹੀ ਇਸ਼ੂ ਉਹ ਰੇਜ਼ ਕਰਦੇ ਸੀ ਵੀ ਭਾਈ ਸਾਨੂੰ ਸਕਾਈ ਟ੍ਰੇਨ ਲਈ ਪੈਸੇ ਚਾਹੀਦੇ ਆ। ਜਦੋਂ ਪਿਛਲਾ ਮੈਂਡੇਟ ਸੀਗਾ ਉਸ ਵੇਲੇ ਦੇ ਜਿਹੜੇ ਮੇਅਰ ਸੀਗੇ ਉਹ ਕਹਿੰਦੇ ਸਾਨੂੰ LRT ਚਾਹੀਦੀ, ਅਸੀਂ LRT ਨੂੰ ਪੈਸੇ ਦਿੱਤੇ। ਹੁਣ ਉਹ ਪੈਸੇ ਨਾਲ ਤਾਂ 166 ਤੇ ਜਾਣੇ ਸੀ। $1.3 ਬਿਲੀਅਨ ਜਿਹੜੇ ਆ ਉਹ ਇਨਫਰਾਸਟਰਕਚਰ ਮਨੀ ਅਸੀਂ ਇੱਥੇ ਪਾਈ ਹੈ ਤਾਂ ਕਿ ਜਿਹੜੇ ਲੋਕ ਨੇ ਉਹ ਸਕਾਈ ਟ੍ਰੇਨ ਜਿਹੜੀ ਆ ਕਿੰਗ ਜੋਰਜ ਸਟੇਸ਼ਨ ਤੋਂ ਲੈਂਗਲੀ ਸਿਟੀ ਤੱਕ ਜਾ ਸਕੇ, ਲੋਕਾਂ ਲਈ ਜਿਹੜੀ ਸਹੂਲਤ ਬਣ ਸਕੇ। ਇਹ ਤਾਂ ਕੁਝ ਪ੍ਰੋਜੈਕਟ ਨੇ। ਔਰ ਨਾਲ ਹੀ ਮੈਂ ਇਹ ਦੱਸਣਾ ਚਾਹੁੰਦਾ ਵੀ ਜਦੋਂ ਸਰੀ ਨਿਊਟਨ ਦੀ ਗੱਲ ਕਰਦੇ ਹੈਗੇ ਆ, ਮੈਨੂੰ ਪਹਿਲਾਂ ਇਹ ਲੱਗਦਾ ਹੁੰਦਾ ਸੀ ਅਸੀਂ ਵੀ ਬੜੀ ਗਰੋਨ ਅਪ ਪਾਪੂਲੇਸ਼ਨ ਆ, ਇੱਥੇ ਬੱਚੇ ਜਿਹੜੇ ਆ ਉਹ ਨਹੀਂ ਹੈਗੇ। ਪਰ ਮੈਂ ਹੁਣ ਦੇਖ ਰਿਹਾ ਹੈਗਾ ਕਿ ਜਦੋਂ ਮੈਂ ਅੰਕੜੇ ਮੰਗਾਏ ਤਾਂ ਉਹਦੇ ਵਿੱਚ ਅਰਸ਼ੀ $100 ਮਿਲੀਅਨ ਤੋਂ ਜ਼ਿਆਦਾ ਇੱਕ ਸਾਲ ਦੇ ਵਿੱਚ ਕੈਨੇਡਾ ਚਾਈਲਡ ਬੈਨੀਫਿਟ ਇੱਥੇ ਆਇਆ ਸਰੀ ਨਿਊਟਨ ਦੇ ਵਿੱਚ। ਇੱਦਾਂ ਹੀ ਦੂਸਰੀਆਂ ਰਾਈਡਿੰਗ ਦੇ ਵਿੱਚ ਵੀ ਆਇਆ, ਨੇਬਰਿੰਗ ਰਾਈਡਿੰਗ ਦੇ ਵਿੱਚ ਵੀ।
ਉਹ ਜਦੋਂ ਆਪਾਂ ਉਹ ਗੱਲ ਕਰਦੇ ਉਹ ਬੜੀ ਇੰਪੋਰਟੈਂਟ ਪਾਲਿਸੀ ਸੀ। ਉਹਦੇ ਉੱਤੇ ਅਸੀਂ ਤਵੱਜੋ ਦਿੱਤੀ ਵੀ ਸਾਨੂੰ ਭਾਈ ਇਹ ਜਿਹੜਾ ਕੈਨੇਡਾ ਚਾਈਲਡ ਬੈਨੀਫਿਟ ਆ ਇਹ ਬੜਾ ਇੰਪੋਰਟੈਂਟ ਆ, ਸਾਨੂੰ ਮੇਕ ਸ਼ੋਰ ਕਰਨਾ ਚਾਹੀਦਾ ਕਿ ਅਸੀਂ ਵਧੀਆ ਸਿਸਟਮ ਲੈ ਕੇ ਆਈਏ ਤਾਂ ਕਿ ਅਸੀਂ ਇਹਦੇ ਨਾਲ ਇਕੱਲਾ ਇਹ ਨਹੀਂ ਵੀ ਬੱਚਿਆਂ ਦੀ ਸਾਂਭ ਸੰਭਾਈ ਚੰਗੀ ਹੋਵੇ, ਉਹਦੇ ਨਾਲ ਜਿਹੜਾ ਵਿਮਨ ਇੰਪਾਵਰਮੈਂਟ, ਯੰਗ ਵਿਮਨ ਜਿਹੜੀਆਂ ਉਹ ਬੈਕ ਜਿਹੜਾ ਵਰਕਫੋਰਸ ਜਾ ਸਕਣ, ਆਪਣੇ ਕਰੀਅਰ ਦੇ ਵਿੱਚ ਜਿਹੜੀਆਂ ਨੇ ਉਹ ਪ੍ਰੋਗਰੈਸ ਕਰ ਸਕਣ। ਤਾਂ ਅਸੀਂ ਜਿਹੜੀ ਪਾਲਿਸੀ ਲੈ ਕੇ ਆਏ $10 ਇਹ ਡੇ ਕੇਅਰ ਜਿਹੜਾ ਅਸੀਂ ਅਗਲੇ 5 ਸਾਲਾਂ 'ਚ ਲਾਗੂ ਕਰਨਾ, ਔਰ ਪਹਿਲੇ ਸਾਲ ਹੀ ਜਿਹੜੀ ਕਾਸਟ ਆਫ ਦੀ ਡੇ ਕੇਅਰ ਆ ਉਹ 50% ਕੱਟ ਕਰਨੀ, ਠੀਕ ਹੈ ਨਾ। ਉਹਦੇ ਨਾਲ ਕੀ ਹੈਗਾ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਯੰਗ ਵਿਮਨ ਜਿਹੜੀਆਂ ਨੇ ਔਰ ਫੈਮਲੀਜ਼ ਆ ਉਹਨਾਂ ਦੀ ਹੈਲਪ ਹੋਏਗੀ। ਇੱਕ ਪਾਸੇ ਤਾਂ ਅਸੀਂ ਉਹ ਲੈ ਕੇ ਆਏ ਔਰ ਦੂਸਰੇ ਪਾਸੇ ਉਹ ਟੂਲ ਨੇ, ਉਹ ਕਹਿੰਦੇ ਜੇ ਮੈਂ ਬਣਦਾ ਵਾਂ ਮੈਂ ਆਉਂਦੇ ਹੀ ਇਹ ਕੈਨੇਡਾ ਚਾਈਲਡ ਬੈਨੀਫਿਟ ਜਿਹੜਾ ਇਹਨੂੰ ਰਿਪੈਲ ਕਰੂੰਗਾ। ਅੱਗੇ ਵੀ ਇਹਨਾਂ ਨੇ ਤੈਅ ਕੀਤਾ, ਤੁਸੀਂ ਗੱਲ ਕਰ ਲਓ ਇਨਵਾਇਰਨਮੈਂਟ ਦੀ, ਕਿਓਟੋ ਐਗਰੀਮੈਂਟ ਸਾਈਨ ਕੀਤਾ, ਅੱਜ ਅਸੀਂ ਫਿਰ ਉਸੇ 'ਤੇ ਜਿਹੜਾ ਲੱਗੇ ਹੋਏ ਹਾਂ। ਫਿਰ ਕਲੋਨਾ ਕੋਡ ਇੰਡੀਜੀਨਸ ਪੀਪਲ ਦੀ ਗੱਲ ਕਰਦੇ ਹਾਂ, ਉਹ ਸਾਈਨ ਕੀਤਾ ਲਿਬਰਲ ਗਵਰਨਮੈਂਟ ਨੇ। ਚਾਈਲਡ ਕੇਅਰ ਐਗਰੀਮੈਂਟਸ ਜਦੋਂ NDP ਨੇ ਪਿਛਲੀ ਵਾਰ ਮੈਨੂੰ ਯਾਦ ਆ ਕਿ ਕੰਜ਼ਰਵੇਟਿਵ ਦੀ ਮਦਦ ਕਰਕੇ ਲਿਬਰਲ ਸਰਕਾਰ ਸਿੱਟੀ, ਉਦੋਂ ਕੀ ਹੋਇਆ, ਕਲੋਨਾ ਕੋਡ ਉਹ ਵੀ ਗਿਆ, ਕਿਓਟੋ ਉਹ ਵੀ ਗਿਆ, ਚਾਈਲਡ ਕੇਅਰ ਐਗਰੀਮੈਂਟਸ ਉਹ ਵੀ ਗਏ। ਹੁਣ ਅੱਜ ਵੀ ਇਹੀ ਜਿਹੜੇ ਨੇ O2 ਇਹੀ ਕਰਨਾ ਚਾਹੁੰਦੇ ਆ। ਤਾਂ ਹੀ ਮੈਂ ਕਲੀਅਰ ਕੁਐਸਚਨ ਜਿਹੜਾ ਵਾ NDP ਨੂੰ ਵੀ ਪੁੱਛਿਆ ਵੀ ਭਾਈ ਤੁਹਾਡਾ ਲੀਡਰ ਜਿਹੜਾ ਵਾ NDP ਦਾ ਉਹ ਕਲੀਅਰ ਕਿਉਂ ਨਹੀਂ ਕਰਦਾ ਵੀ ਉਹ ਪ੍ਰੋਪ ਅਪ ਕਰਨਗੇ ਕੰਜ਼ਰਵੇਟਿਵ ਗਵਰਨਮੈਂਟ ਨੂੰ। ਅੱਜ ਜਿਹੜੀ ਐਵਰੀ ਵੋਟ NDP ਨੂੰ ਪਾ ਰਿਹਾ ਉਹ ਕੰਜ਼ਰਵੇਟਿਵ ਪਾਰਟੀ ਨੂੰ ਜਿਹੜੀ ਵੋਟ ਮੈਂ ਕਹਿੰਦਾ ਸੀ ਉਹ ਜਾ ਰਹੀ ਕਿਉਂ, ਜਾਂ ਕਲੀਅਰ ਕਰੇ ਆ ਕੇ ਵੀ ਉਹਨਾਂ ਲਈ। ਉਹਦਾ ਕਾਰਨ ਹੋਰ ਆ, ਇਕੱਲਾ ਇੱਥੇ ਨਹੀਂ ਉਹ ਟੂਲ ਦੇ ਨਾਲ। ਜਦੋਂ ਆਪਾਂ ਸਰੀ ਨਿਊਟਨ ਦੀ ਗੱਲ ਕਰੀਏ, ਹੁਣ ਸਰੀ ਨਿਊਟਨ ਦੀ ਹੋਰ ਗੱਲ ਕਰੀਏ, ਇੱਥੇ ਆਪਣੇ ਜਿਹੜੀ ਵੱਧ ਰਹੀ ਗੈਂਗ ਹਿੰਸਾ ਜਿਹੜੀ ਸੀਗੀ ਉਹ ਇੱਕ ਵਿਸ਼ਾ ਜਿਹੜਾ ਸੀਗਾ ਔਰ ਲੋਕਾਂ ਦੀ ਜਿਹੜੀ ਸੀਗੀ ਇਸ਼ੂ ਬਣਿਆ ਹੋਇਆ ਸੀਗਾ ਕੰਸਟੀਚੁਐਂਸੀ ਦੇ ਵਿੱਚ। ਉਹਦੇ ਉੱਤੇ ਅਸੀਂ ਬੜਾ ਪਿੱਛੇ ਜਿਹੜਾ ਅਸੀਂ ਕੰਮ ਕੀਤਾ ਸਾਰੇ ਲਿਬਰਲ MPs ਨੇ ਰਲ ਕੇ। ਉਹਦੇ ਵਿੱਚ ਸਾਰਿਆਂ ਨਾਲੋਂ ਪਹਿਲਾਂ ਤਾਂ ਐਡੀਸ਼ਨਲ CBSA ਆਫਿਸਰ, ਕਿਉਂਕਿ ਕੰਜ਼ਰਵੇਟਿਵ ਪਾਰਟੀ ਪਿੱਛੇ CBSA ਆਫਿਸਰ ਤੇ RCMP ਕੱਟ ਗਈ ਸੀ, ਕਿਉਂਕਿ ਅਸੀਂ ਜੇ ਬਾਹਰੋਂ ਗਨਸ ਦੀ ਸਮਗਲਿੰਗ ਰੋਕਣੀ ਹੈਗੀ ਤਾਂ ਸਾਨੂੰ CBSA ਆਫਿਸਰ ਵੀ ਵਧਾਉਣੇ ਪੈਣਗੇ, ਨਾਲ ਹੀ ਸਾਨੂੰ ਜਿਹੜੀ ਹੈਗੀ ਆ RCMP ਉਹਦੇ ਵਿੱਚ ਵੀ ਵਾਧਾ, ਉਹ ਅਸੀਂ ਵਾਧਾ ਕੀਤਾ। ਉਹਦੇ ਨਾਲ ਜਿਹੜਾ ਸੀ ਟੋਟਲ ਬੈਨ ਜਿਹੜਾ ਸੀ ਅਸਾਲਟ ਜਿਹੜੀਆਂ ਮਿਲਟਰੀ ਸਟਾਈਲ ਅਸਾਲਟ ਰਾਈਫਲ ਉਹਨਾਂ 'ਤੇ ਕੀਤਾ। ਔਰ ਦੂਸਰੇ ਪਾਸੇ ਅਸੀਂ ਇਹ ਵੀ ਵਾਅਦਾ ਕੀਤਾ ਵੀ ਆਉਣ ਵਾਲੇ ਸਮੇਂ 'ਚ ਅਸੀਂ $250 ਮਿਲੀਅਨ ਲਾਵਾਂਗੇ ਉਹ ਬਾਏਬੈਕ ਪ੍ਰੋਗਰਾਮ, ਤਾਂ ਕਿ ਲੋਕ ਉਹ ਸਾਨੂੰ ਵਾਪਸ ਕਰਨ। ਜੇ ਵਾਪਸ ਨਹੀਂ ਕਰਦੇ ਤਾਂ ਸਾਡੇ ਖਰਚੇ 'ਤੇ ਉਹਨਾਂ ਨੂੰ ਅਸੀਂ ਇਸ ਹਿਸਾਬ ਨਾਲ ਕਰਾਂਗੇ ਤਾਂ ਕਿ ਮੁੜ ਕੇ ਕਦੇ ਵੀ ਉਹ ਜਿਹੜੀਆਂ ਨੇ ਉਹ ਚੱਲ ਨਾ ਪਾਉਣ। ਬਿਲਕੁਲ, ਤੁਸੀਂ ਬਹੁਤ ਸਾਰੇ ਇਸ਼ੂਜ਼ ਦੀ ਗੱਲ ਕੀਤੀ ਹੈ ਕਿ ਬਹੁਤ ਸਾਰੇ ਇਸ਼ੂਜ਼ ਦੇ ਉੱਤੇ ਕੰਮ ਕੀਤਾ ਗਿਆ, ਪਰ ਹੁਣ ਜਦੋਂ ਤੁਸੀਂ ਡੋਰ ਨੌਕਿੰਗ ਤੇ ਜਾਂਦੇ ਆ, ਕਿਹੜੇ ਇਸ਼ੂਜ਼ ਸਰੀ ਨਿਊਟਨ ਦੇ ਲੋਕਾਂ ਦੇ ਵੱਲੋਂ ਤੁਹਾਡੇ ਸਾਹਮਣੇ ਰੱਖੇ ਜਾਂਦੇ ਆ ਕਿ ਇਹ ਹਜੇ ਵੀ ਕਮਿਊਨਿਟੀ ਦੇ ਵਿੱਚ ਐਗਜ਼ਿਸਟ ਕਰਦੇ, ਇਹਨਾਂ ਦੇ ਉੱਤੇ ਕੰਮ ਕਰਨ ਦੀ ਲੋੜ ਹੈ? ਦੇਖੋ, ਸਾਰਿਆਂ ਨਾਲੋਂ ਪਹਿਲਾਂ ਤਾਂ ਇਹ ਹੈਗਾ ਬਈ ਫੈਮਲੀਜ਼ ਨੂੰ ਟੂਗੈਦਰ, ਕਿਉਂਕਿ ਬੜੀ ਡਾਈਵਰਸ ਕਮਿਊਨਿਟੀ ਹੈਗੀ। ਜਦੋਂ ਸਰੀ ਨਿਊਟਨ ਦੀ ਗੱਲ ਕਰਦੇ ਹਾਂ, ਇਕਨੋਮਿਕਲੀ ਵੀ ਬੜੀ ਡਾਈਵਰਸ ਹੈਗੀ ਆ ਔਰ ਸੋਸ਼ਲੀ ਬੜੀ ਡਾਈਵਰਸ ਹੈਗੀ। ਬਹੁਤ ਵੱਡੀ ਗਿਣਤੀ ਦੇ ਵਿੱਚ ਇਮੀਗ੍ਰੈਂਟਸ ਜਿਹੜੇ ਨੇ ਉਹ ਇਸ ਕੰਸਟੀਚੁਐਂਸੀ, ਉਹਨਾਂ ਦੀ ਸਾਰਿਆਂ ਨਾਲੋਂ ਵੱਡੀ ਸਮੱਸਿਆ ਜਿਹੜੀ ਹਜੇ ਵੀ ਚੱਲ ਰਹੀ ਆ ਉਹ ਇਮੀਗ੍ਰੇਸ਼ਨ ਦੀ ਹੈਗੀ। ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਨੂੰ ਇੱਥੇ ਲੈ ਕੇ ਆਉਣਾ, ਸਪਾਊਸਲ ਕੇਸ ਉਹ ਹੈਗਾ। ਔਰ ਦੂਸਰਾ ਹੈਗਾ ਅਫੋਰਡੇਬਿਲਟੀ, ਹਾਊਸਿੰਗ ਅਫੋਰਡੇਬਿਲਟੀ ਜਿਹੜਾ ਹੈਗਾ ਉਹ ਇਸ ਵੇਲੇ ਇਸ਼ੂ ਜਿਹੜਾ ਵਾ ਉਹ ਸਾਹਮਣੇ ਉੱਭਰ ਕੇ ਆ ਰਿਹਾ। ਔਰ ਤੀਸਰਾ ਹਜੇ ਵੀ ਜਿਹੜਾ ਵਾ ਸੁਣਦੇ ਹੈਗੇ ਕਿ ਅਸੀਂ ਆਪਣੇ ਬੱਚਿਆਂ ਦਾ ਮੇਕ ਸ਼ੋਰ ਕਰਨਾ ਉਹ ਭਵਿੱਖ ਕਿਸ ਤਰੀਕੇ ਨਾਲ ਵਧੀਆ ਬਣਾ ਸਕਦੇ। ਜਦੋਂ ਬੱਚਿਆਂ ਦੀ ਗੱਲ ਕਰਦੇ ਹਾਂ ਆਲਰੇਡੀ, ਕਿਉਂਕਿ ਅਸੀਂ ਦੇਖਿਆ ਵੀ ਜੇ ਬਜਾਏ ਕਿ ਫੈਡਰਲ ਗਵਰਨਮੈਂਟ ਇਸ ਫੈਸਲੇ ਲਵੇ, ਅਸੀਂ ਸਿਟੀ ਜਿਹੜੀ ਆ ਉਹ ਨੇੜੇ ਆ ਇਸ ਇਸ਼ੂ ਦੇ। ਅਸੀਂ ਸਿਟੀ ਆਫ ਸਰੀ ਨੂੰ $7.5 ਮਿਲੀਅਨ ਪਿੱਛੇ ਦਿੱਤੇ ਸੀ, ਜਿਹੜੇ ਗੱਲ ਕਰਦੇ ਸੀ ਵੀ ਅਸੀਂ ਉਹ ਜਿਹੜੀਆਂ ਉਹਨਾਂ ਨੇ 10 ਆਰਗੇਨਾਈਜੇਸ਼ਨ ਨੂੰ ਪੈਸੇ ਦਿੱਤੇ ਸਿਟੀ ਆਫ ਸਰੀ ਨੇ, ਫਿਰ ਉਹ ਤਾਂ ਕਿ ਉਹ 10 ਆਰਗੇਨਾਈਜੇਸ਼ਨ 11 ਪ੍ਰੋਗਰਾਮ ਪਾ ਕੇ 4700 ਬੱਚਾ ਸੀਗਾ ਜਾਂ ਇੰਡੀਵਿਜੂਅਲ ਉਹਦੀ ਹੈਲਪ ਕਰਨੀ। ਉਹਦੇ ਵਿੱਚੋਂ ਆਲਰੇਡੀ ਉਹ 2100 ਜਿਹੜਾ ਚਿਲਡਰਨ ਬੱਚੇ ਜਿਹੜੇ ਹਿੰਸਾ ਦਾ ਸ਼ਿਕਾਰ ਹੋ ਸਕਦੇ ਸੀ ਜਾਂ ਜਿਹੜੇ ਐਟ ਰਿਸਕ ਹੈਗੇ ਯੂਥ ਉਹਨਾਂ ਦੀ, ਔਰ 320 ਤੋਂ ਉੱਤੇ ਜਿਹੜੀਆਂ ਪੇਰੈਂਟਸ ਐਂਡ ਜਿਹੜੇ ਕੇਅਰ ਗਿਵਰਸ ਨੇ। ਬਿਲਕੁਲ ਧਾਲੀਵਾਲ ਸਾਹਿਬ, ਹੁਣ ਪਲੈਟਫਾਰਮ 2021 ਦੀ ਵੀ ਗੱਲ ਕਰ ਲੈਂਦੇ ਆ, ਪਰ ਉਹ ਕੈਂਪੇਨ ਆਫਿਸ ਦੇ ਵਿੱਚ ਚੱਲਦੇ ਆ ਤੇ ਉੱਥੇ ਚੱਲ ਕੇ ਕਰਦੇ ਆ ਕਿ ਪੁੱਛਦੇ ਆ, ਬਹੁਤ ਸਾਰੇ ਸਵਾਲ ਨੇ ਲੋਕਾਂ ਦੇ ਪਲੈਟਫਾਰਮ ਨੂੰ ਲੈ ਕੇ, ਆਉਣ ਵਾਲੇ ਸਾਲਾਂ ਨੂੰ ਲੈ ਕੇ, ਫਿਊਚਰ ਨੂੰ ਲੈ ਕੇ। ਸੋ ਕੈਂਪੇਨ ਆਫਿਸ ਦਾ ਵੀ ਦੌਰਾ ਕਰਾਂਗੇ, ਦੇਖਾਂਗੇ ਕਿ ਕੈਂਪੇਨ ਆਫਿਸ 'ਚ ਕਿਸ ਤਰ੍ਹਾਂ ਦੀਆਂ ਤਿਆਰੀਆਂ ਹੋ ਰਹੀਆਂ ਨੇ ਤੇ ਨਾਲ ਪਲੈਟਫਾਰਮ ਤੇ ਵੀ ਗੱਲ ਕੀਤੀ ਜਾਵੇਗੀ। ਬਿਲਕੁਲ ਜੀ, ਤੇ ਅੰਦਰ ਚੱਲਦੇ ਆ ਤੇ ਅੰਦਰ ਚੱਲ ਕੇ ਇਹਨਾਂ ਦੇ ਨਾਲ ਗੱਲ ਕਰਦੇ ਆ ਪਲੈਟਫਾਰਮ ਦੇ ਬਾਰੇ ਕਿ ਪਲੈਟਫਾਰਮ 2021 ਜੇ ਲਿਬਰਲਸ ਐਸ ਵਾਰ ਗਵਰਨਮੈਂਟ ਫਾਰਮ ਕਰਦੇ ਨੇ, ਮੈਜੋਰਟੀ ਗਵਰਨਮੈਂਟ ਕੋ ਫਾਰਮ ਕਰਦੇ ਨੇ ਤੇ ਕੈਨੇਡੀਅਨਸ ਦੇ ਲਈ ਕਿਹੜੇ ਫੈਸਲੇ ਲਏ ਜਾਣਗੇ। ਫੈਡਰਲ
ਇਲੈਕਸ਼ਨ ਸੈਪਟੈਂਬਰ 20th ਨੂੰ ਨੇ। ਤੁਸੀਂ ਮੇਲ ਇਨ ਬੈਲਟ ਰਾਹੀਂ ਪਾਰਟਿਸਿਪੇਟ ਕਰ ਸਕਦੇ ਆ, ਤੁਸੀਂ ਐਡਵਾਂਸ ਪੋਲ ਦੇ ਵਿੱਚ ਪਾਰਟਿਸਿਪੇਟ ਕਰ ਸਕਦੇ ਆ, ਜਾਂ 20th ਸੈਪਟੈਂਬਰ ਨੂੰ ਤੁਸੀਂ ਆਪਣੇ ਪੋਲਿੰਗ ਸਟੇਸ਼ਨ ਦੇ ਜਿਹੜਾ ਨੇੜੇ ਤੁਹਾਡੇ ਹੁੰਦਾ ਉਹਦੇ ਵਿੱਚ ਜਾ ਕੇ ਤੁਸੀਂ ਆਪਣੀ ਵੋਟ ਜਿਹੜੀ ਆ ਉਹ ਪਾ ਸਕਦੇ ਆ। ਪਰ ਹੁਣ ਡਿਫਰੈਂਟ ਪਾਰਟੀਜ਼ ਨੇ ਆਪਣੇ ਆਪਣੇ ਪਲੈਟਫਾਰਮ ਜਿਹੜੇ ਆ ਉਹ ਰਿਲੀਜ਼ ਕਰ ਦਿੱਤੇ ਗਏ ਨੇ। ਜਿਵੇਂ ਤੁਹਾਨੂੰ ਪਤਾ ਕਿ ਅੱਜ ਅਸੀਂ ਸਰੀ ਨਿਊਟਨ ਦੇ ਵਿੱਚ ਆਏ ਹੋਏ ਹਾਂ, ਉਸ ਰਾਈਡਿੰਗ ਦੇ ਵਿੱਚ ਜਿੱਥੇ ਕਿ 4 ਵਾਰ MP ਰਹਿ ਚੁੱਕੇ ਨੇ ਲਗਾਤਾਰ। ਅਤੇ ਜੇ ਗੱਲ ਕਰੀਏ ਉਹਨਾਂ ਦੇ ਕੰਮਾਂ ਦੀ ਤਾਂ ਉਹਨਾਂ ਦੇ ਬਾਰੇ ਵੀ ਗੱਲ ਹੋ ਚੁੱਕੀ ਹੈ ਕਿ ਕੀ ਕੁਝ ਸੁਧਾਰ ਉਹਨਾਂ ਦੇ ਦੁਆਰਾ ਲਿਆਂਦਾ ਗਿਆ। ਪਰ ਹੁਣ 2021 ਦਾ ਪਲੈਟਫਾਰਮ ਕੀ ਕਹਿੰਦਾ ਹੈ, ਇਹਦੇ ਬਾਰੇ ਗੱਲ ਕਰਦੇ ਹਾਂ ਮਿਸਟਰ ਸੁਖ ਧਾਲੀਵਾਲ ਨਾਲ। ਧਾਲੀਵਾਲ ਸਾਹਿਬ, 2021 ਦੀ ਗੱਲ ਕਰ ਲੈਂਦੇ ਹਾਂ। ਪਲੈਟਫਾਰਮ ਰਿਲੀਜ਼ ਕੀਤਾ ਗਿਆ, ਸਭ ਤੋਂ ਮੇਨ ਪੁਆਇੰਟ ਜਿਹੜਾ ਉਹ ਹੈ ਇਕੋਨਮਿਕ ਰਿਕਵਰੀ, ਜਿਹਦੇ ਕਰਕੇ ਇੱਕ ਇਲੈਕਸ਼ਨ ਜਿਹੜੀਆਂ ਨੇ ਉਹ ਕਾਲ ਵੀ ਕੀਤੀਆਂ ਗਈਆਂ ਨੇ, ਸਨੈਪ ਇਲੈਕਸ਼ਨ। ਕਿਉਂਕਿ ਕਹਿੰਦੇ ਦੂਜੀਆਂ ਪਾਰਟੀਆਂ ਜਿਹੜੀਆਂ ਨੇ ਉਹ ਇਕੋਨਮਿਕ ਰਿਕਵਰੀ ਪਲਾਨ ਨੂੰ ਸਪੋਰਟ ਨਹੀਂ ਕਰਦੀਆਂ, ਇਸੇ ਕਰਕੇ ਇਹ ਇਲੈਕਸ਼ਨਸ ਕੀਤੀਆਂ ਗਈਆਂ ਮਿਡਲ ਆਫ ਪੈਂਡੈਮਿਕ। ਇਕੋਨਮਿਕ ਰਿਕਵਰੀ ਦੇ ਲਈ ਲਿਬਰਲਸ ਦਾ ਕੀ ਸਟੈਂਡ ਹੈ? ਦੇਖੋ, ਜਿਸ ਤਰ੍ਹਾਂ ਤੁਸੀਂ ਕਿਹਾ, ਇਹ ਬਹੁਤ ਜ਼ਰੂਰੀ ਹੈਗਾ ਕਿ ਜਿਹੜੇ ਆਪਣੇ ਲੋਕ ਨੇ ਕੈਨੇਡਾ ਦੇ, ਉਹ ਆਪਣਾ ਫਤਵਾ ਦੇ ਸਕਣ ਵੀ ਕਿਹੜਾ ਲੀਡਰ ਉਹ ਚਾਹੁੰਦੇ ਜਿਹੜਾ ਇਸ ਪੈਂਡੈਮਿਕ ਦੇ ਵਿੱਚੋਂ ਦੀ ਹੁਣ ਅਸੀਂ ਨਿਕਲੇ ਹਾਂ ਅਤੇ ਅਗਲੇ ਇਸ ਪੜਾਅ ਦੇ ਵਿੱਚ ਸਾਨੂੰ ਇਕੋਨਮੀ ਉਹਦੇ ਵਿੱਚ ਸਾਰਿਆਂ ਨਾਲੋਂ ਪਹਿਲਾਂ ਇਹ ਹੈਗਾ ਕਿ ਜਿਹੜੀਆਂ 1 ਮਿਲੀਅਨ ਜੋਬਸ ਲੂਜ਼ ਹੋਈਆਂ ਸੀਗੀਆਂ, ਉਹਨਾਂ ਨੂੰ ਅਸੀਂ ਕਿਸ ਤਰੀਕੇ ਨਾਲ ਵਾਪਸ ਲੈ ਕੇ ਆਉਣਾ, ਕਿਸ ਤਰ੍ਹਾਂ ਅਸੀਂ ਜਿਹੜੇ ਚਾਹੇ ਉਹ ਸਮਾਲ ਬਿਜ਼ਨਸਿਸ ਨੇ, ਚਾਹੇ ਉਹ ਲੋਕ ਨੇ, ਅਸੀਂ ਉਹਨਾਂ ਦੀ ਮਦਦ ਜਿਹੜੀ ਆ ਉਹ ਕਰ ਸਕਦੇ। ਉਹਦੇ ਵਿੱਚ ਜਿਹੜੇ ਨੇ ਚਾਹੇ 92% ਜੋਬ ਜਿਹੜੀਆਂ ਆਲਰੇਡੀ ਪੂਰੀਆਂ ਹੋ ਚੁੱਕੀਆਂ ਨੇ, ਜਿਹੜੇ ਬਾਕੀ ਰਹਿੰਦੀਆਂ ਅਨਪਲੋਇਮੈਂਟ ਉਹਨੂੰ ਅਸੀਂ ਜਿਹੜਾ ਹੈਗਾ ਉਹ ਹੈਲਪ ਕਰਨੀ। ਔਰ ਜਦੋਂ ਅਸੀਂ ਗੱਲ ਕਰਦੇ ਹਾਂ ਇਕਨੋਮਿਕ ਰਿਕਵਰੀ ਦੀ, ਇਹ ਬੜਾ ਇੰਪੋਰਟੈਂਟ ਹੈਗਾ ਕਿ ਸਾਡੀਆਂ ਜਿਹੜੀਆਂ ਵਿਮਨ ਹੈਗੀਆਂ ਨੇ ਉਹਨਾਂ ਨੂੰ ਵਰਕ ਫੋਰਸ ਦੇ ਵਿੱਚ ਵਾਪਸ ਲਿਆਂਦਾ ਜਾਵੇ। ਉਹਦੇ ਲਈ ਅਸੀਂ ਜਿਹੜਾ ਹੈਗਾ ਵਾ ਪਹਿਲੇ ਸਾਲ ਹੀ 50% ਕੱਟ ਕਰਾਂਗੇ ਜਿਹੜਾ ਕੈਨੇਡਾ ਚਾਈਲਡ ਦਾ ਖਰਚਾ ਹੈਗਾ, ਚਾਈਲਡ ਕੇਅਰ ਦਾ। ਔਰ ਆਉਣ ਵਾਲੇ 5 ਸਾਲਾਂ 'ਚ $10 ਡੇ ਜਿਹੜਾ ਉਹ ਡੇ ਕੇਅਰ ਲੈ ਕੇ ਆਉਣਾ, ਤਾਂ ਕਿ ਜਿਹੜੀਆਂ ਵਿਮਨ ਨੇ ਉਹ ਵਰਕ ਫੋਰਸ ਦੇ ਵਿੱਚ ਆ ਸਕਣ ਔਰ ਇਕੋਨਮੀ ਦਾ ਬਰਾਬਰ ਦਾ ਹਿੱਸਾ ਬਣ ਸਕਣ। ਬਾਕੀ ਇਹ ਹੈਗਾ ਕਿ ਅਸੀਂ ਜਿਹੜੇ ਯੰਗ ਪੀਪਲ ਨੇ ਮੇਕ ਸ਼ੋਰ ਕਰਨਾ ਕਿ ਅੱਜ ਸ਼ੋਰਟੇਜ ਹੈਗੀ ਹੈ ਸਾਡੇ ਕੋਲ ਵਰਕਰਸ ਦੀ, ਚਾਹੇ ਉਹ ਪਲੰਬਰਸ ਨੇ, ਇਲੈਕਟ੍ਰੀਸ਼ੀਅਨ ਨੇ, ਗੈਸ ਫਿਟਰ, ਹਰ ਇੱਕ ਜਿਹੜਾ ਹੈਗਾ ਵਾ ਉਹਦੇ ਲਈ ਅਸੀਂ ਰੈੱਡ ਸੀਲ ਪ੍ਰੋਗਰਾਮ ਜਿਹੜੇ ਨੇ ਉਹ ਲੈ ਕੇ ਆਵਾਂਗੇ। ਇੱਕ ਪਰਟੀਕੂਲਰ ਵੂਮਨ ਐਂਟਰਪ੍ਰੀਨਿਓਰ ਪ੍ਰੋਗਰਾਮ ਹੈਗਾ ਜਿਹਦੇ ਵਿੱਚ ਅਸੀਂ ਜਿਹੜੇ ਇਨਵੈਸਟ ਕਰਾਂਗੇ ਕਿ ਜਿਹੜੀਆਂ ਵਿਮਨ ਹੈਗੀਆਂ ਨੇ ਉਹਨਾਂ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਜਿਹੜੀ ਹੈਗੀ ਆ ਇਹਨਾਂ ਟ੍ਰੇਡਸ ਦੇ ਵਿੱਚ ਜਿਹੜਾ ਉਹ ਵਾਪਸ ਲੈ ਕੇ ਆ ਸਕਦੇ ਹਾਂ। ਧਾਲੀਵਾਲ ਸਾਹਿਬ, ਤੁਸੀਂ ਕਿਹਾ ਕਿ ਬਹੁਤ ਸਾਰੀ ਇਨਵੈਸਟਮੈਂਟ ਜਿਹੜੀ ਉਹ ਕੀਤੀ ਜਾਣੀ ਹੈ, ਚਾਹੇ ਉਹ ਚਾਈਲਡ ਕੇਅਰ ਨੂੰ ਲੈ ਕੇ ਆ, ਚਾਹੇ ਉਹ ਬਿਜ਼ਨਸਿਸ ਨੂੰ ਲੈ ਕੇ ਆ, ਸਮਾਲ ਮੀਡੀਅਮ ਕਿਸੇ ਵੀ ਤਰ੍ਹਾਂ ਦਾ ਬਿਜ਼ਨਸ ਹੈਗਾ, ਬਹੁਤ ਸਾਰੀਆਂ ਇਨਵੈਸਟਮੈਂਟਸ ਕਰਨ ਦੇ ਜਿਹੜੇ ਪ੍ਰੋਮਿਸ ਕੀਤੇ ਜਾ ਰਹੇ ਆ। ਸਿਟੀਜ਼ ਨੂੰ ਫੰਡ ਪ੍ਰੋਵਾਈਡ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਹੁਣ ਆਲਰੇਡੀ ਪੈਂਡੈਮਿਕ ਕਰਕੇ ਬਹੁਤ ਜ਼ਿਆਦਾ ਲੋਕਾਂ ਦੀ ਹੈਲਪ ਕੀਤੀ ਗਈ ਹੈ। ਸਿਬਾ ਦੀ ਗੱਲ ਕਰ ਲਈਏ, ਅਸੀਂ ਸਰਬ ਦੀ ਗੱਲ ਕਰ ਲਈਏ, ਬਹੁਤ ਸਾਰੇ ਬੈਨੀਫਿਟ ਲੋਕਾਂ ਨੂੰ ਦਿੱਤੇ ਗਏ, ਲੋਕ ਐਪਰੀਸ਼ੀਏਟ ਵੀ ਕਰ ਰਹੇ ਹੈਗੇ ਨੇ। ਪਰ ਦੂਜੇ ਪਾਸੇ ਅਸੀਂ ਜਦੋਂ ਦੇਖਦੇ ਹਾਂ ਡਾਊਨ ਦਾ ਲਾਈਨ ਡੈਫਿਸਿਟ ਕੈਨੇਡਾ ਦੇ ਉੱਤੇ ਲਗਾਤਾਰ ਵੱਧ ਰਿਹਾ, ਬਿਲੀਅਨਸ ਐਂਡ ਬਿਲੀਅਨਸ ਆਫ ਡਾਲਰ। ਹੁਣ ਦੀ ਗੱਲ ਕਰੀਏ ਤਾਂ 31.8 ਬਿਲੀਅਨ ਦੇ ਨੇੜੇ ਤੇੜੇ ਡੈਫਿਸਿਟ ਜਿਹੜਾ ਉਹ ਦੱਸਿਆ ਜਾ ਰਿਹਾ, ਤੇ 2021 ਦੇ ਪਲੈਟਫਾਰਮ ਦੇ ਵਿੱਚ ਹੋਰ 78 ਬਿਲੀਅਨ ਲਾਉਣ ਦੀ ਗੱਲ ਕੀਤੀ ਜਾ ਰਹੀ ਹੈ। ਹੁਣ ਇਹ ਮਨੀ ਕਿੱਥੋਂ ਆਏਗੀ? ਦੇਖੋ, ਸਾਰਿਆਂ ਨਾਲੋਂ ਪਹਿਲੀ ਗੱਲ ਤਾਂ ਇਹ ਹੈਗਾ ਕਿ ਅਸੀਂ ਇਸ ਵੇਲੇ ਸਾਨੂੰ ਸਾਰਿਆਂ ਨਾਲੋਂ ਪਹਿਲਾਂ ਤਾਂ ਇਕਨੋਮਿਕ ਅਪਰਚੂਨਿਟੀਜ਼ ਕ੍ਰੀਏਟ ਕਰਨੀਆਂ ਪੈਣੀਆਂ ਔਰ ਸਾਨੂੰ ਨਜਿੱਠਣਾ ਪੈਣਾ ਕੋਵਿਡ ਦੇ ਨਾਲ। ਦੇਖੋ, ਅਸੀਂ ਪਿਛਲੇ ਸਮੇਂ 'ਚ ਨਜਿੱਠਿਆ, ਬੜੀ ਕਲੀਅਰ ਗੱਲ ਸੀਗੀ। ਜਾਂ ਤਾਂ ਇਹ ਜਿਹੜਾ ਹੁਣ ਇਸ ਵੇਲੇ ਗੌਰਮੈਂਟ ਨੇ ਪੈਸੇ ਚੱਕੇ ਹੈਗੇ, ਕਿਉਂਕਿ ਗੌਰਮੈਂਟ ਦੀ ਸਾਡੀ AAA ਰੇਟਿੰਗ ਬਹੁਤ ਵਧੀਆ ਫਾਈਨੈਂਸ਼ੀਅਲ ਰੇਟਿੰਗ ਸੀ, ਉਸ ਕਰਕੇ ਉਹਨਾਂ ਨੂੰ 1% ਤੋਂ ਵੀ ਥੱਲੇ ਜਿਹੜਾ ਹੈਗਾ ਆਲਮੋਸਟ ਨੋ ਇੰਟਰਸਟ 'ਤੇ ਮਨੀ ਮਿਲ ਗਈ। ਜੇ ਇਹੀ ਬੋਝ ਅਸੀਂ ਤੁਹਾਡੇ ਲੋਕਾਂ 'ਤੇ, ਕੈਨੇਡੀਅਨ ਲੋਕਾਂ 'ਤੇ ਪਾਉਂਦੇ ਜਾਂ ਅਸੀਂ ਬਿਜ਼ਨਸ 'ਤੇ ਪਾਉਂਦੇ, ਅੱਜ ਬਹੁਤ ਸਾਰੇ ਬਿਜ਼ਨਸ ਜਿਹੜੇ ਸੀਗੇ ਉਹ ਬੈਂਕਰਪਟ ਹੋ ਜਾਣੇ ਸੀ, ਬਹੁਤ ਸਾਰੀਆਂ ਨੌਕਰੀਆਂ ਜਿਹੜੀਆਂ ਲੋਕਾਂ ਦੀਆਂ ਉਹ ਚਲੇ ਜਾਣੀਆਂ ਸੀ, ਔਰ ਬਹੁਤ ਸਾਰੇ ਲੋਕਾਂ ਨੂੰ 24, 25, 30% ਇੰਟਰਸਟ ਪੇ ਕਰਨਾ ਪੈਣਾ ਸੀ, ਔਰ ਲੋਕਾਂ ਦੀ ਢੂਈ ਜਿਹੜੀ ਤੋੜਨ ਵਾਲਾ ਕੰਮ ਹੋ ਜਾਣਾ ਸੀ। ਇਹ ਸਾਰਿਆਂ ਨਾਲੋਂ ਉਸ ਵੇਲੇ ਬਣਦੇ ਸਮੇਂ 'ਤੇ ਜਿਹੜੀ ਆ ਉਹ ਪਾਲਿਸੀ ਜਿਹੜੀ ਸੀ ਉਹ ਲੈ ਕੇ ਆਏ। ਹੁਣ ਆਪਾਂ ਅੱਗੇ ਦੇਖਣਾ ਕਿ ਜੇ ਅਸੀਂ ਇਹ ਡੈਫਿਸਿਟ ਨੂੰ ਡੀਲ ਕਰਨਾ, ਉਹਦੇ ਲਈ ਸਾਨੂੰ ਸਾਰਿਆਂ ਨਾਲੋਂ ਪਹਿਲਾਂ ਇਕਨੋਮਿਕ ਅਪਰਚੂਨਿਟੀਜ਼, ਨਵੀਆਂ ਮਾਰਕੀਟਸ ਖੋਲ੍ਹਣੀਆਂ ਪੈਣਗੀਆਂ ਤਾਂ ਕਿ ਅਸੀਂ ਵੱਧ ਤੋਂ ਵੱਧ ਜਿਹੜੀ ਆ ਇੰਪਲੋਇਮੈਂਟ ਜਨਰੇਸ਼ਨ ਕਰੀਏ ਔਰ ਨਾਲ ਹੀ ਜਿਹੜਾ ਹੈਗਾ ਉਹ ਡੈਫਿਸਿਟ ਜਿਹੜਾ ਉਸ ਨੂੰ ਹੌਲੀ ਹੌਲੀ ਇਸ ਪਾਸੋਂ ਤਵੱਜੋ ਦਈਏ। ਡੈਫਿਸਿਟ ਦੀ ਤੁਸੀਂ ਗੱਲ ਕੀਤੀ, ਇੱਕ ਪੋਲ ਇਹ ਵੀ ਕਹਿ ਰਿਹਾ ਹੈ ਕਿ ਹੁਣ ਪਹਿਲਾਂ ਤਾਂ ਹੈਲਪ ਕੀਤੀ ਗਈ ਹੈ, ਪਰ ਆਉਣ ਵਾਲੇ ਸਮੇਂ ਦੇ ਵਿੱਚ ਟੈਕਸ ਵਧਣਗੇ। ਕਿੰਨੇ ਕੁ ਵਧਣਗੇ? ਇਸ ਵੇਲੇ ਸਮਾਂ ਨਹੀਂ ਹੈਗਾ ਟੈਕਸ ਵਧਾਉਣ ਦਾ, ਠੀਕ ਹੈ ਨਾ। ਇਹ ਜਿਹੜੀਆਂ ਗੱਲਾਂ ਨੇ ਇਹ ਕੰਜ਼ਰਵੇਟਿਵ ਹਮੇਸ਼ਾ ਹੀ ਛੱਡਦੇ ਰਹਿੰਦੇ ਨੇ ਜਾਂ ਅਪੋਨੈਂਟ ਪਾਰਟੀਜ਼ ਨੇ। ਜੇ ਟੈਕਸ ਘਟਾਉਣ ਦੀ ਗੱਲ ਕਰਦੇ ਹਾਂ
ਤਾਂ ਇੱਕੋ ਹੀ ਇੱਕ ਵਾਅਦਾ ਅਸੀਂ ਕੀਤਾ ਲਿਬਰਲ ਗਵਰਨਮੈਂਟ ਸੀ ਵੀ ਅਸੀਂ ਆਮ ਸਧਾਰਨ ਇਨਸਾਨ ਆ ਉਹਦੇ ਟੈਕਸਿਸ ਥੱਲੇ ਘਟਾਵਾਂਗੇ ਔਰ ਜਿਹੜੇ ਟੌਪ 1% ਲੋਕ ਨੇ, ਰਹੀਸ ਲੋਕ ਨੇ, ਬਹੁਤ ਅਮੀਰ ਲੋਕ ਨੇ, ਉਹਨਾਂ 'ਤੇ ਅਸੀਂ ਟੈਕਸ ਜਿਹੜਾ ਲਾਵਾਂਗੇ ਔਰ ਇਹੀ ਅਸੀਂ ਕੀਤਾ ਪਿੱਛੇ। ਔਰ ਸਮਾਲ ਬਿਜ਼ਨਸ ਦੀ ਗੱਲ ਕਰ ਲਈਏ, ਦੇਖੋ ਸਾਨੂੰ ਇਹ ਪਤਾ ਹੀ ਨਹੀਂ ਜੇ ਟਰੱਕ ਡਰਾਈਵਰ ਆ ਉਹ ਵੀ ਸਮਾਲ ਬਿਜ਼ਨਸ ਆ, ਟੈਕਸੀ ਡਰਾਈਵਰ ਵੀ, ਪਲੰਬਰ, ਇਲੈਕਟ੍ਰੀਸ਼ੀਅਨ, ਸਲੂਨ ਖੋਲ੍ਹਿਆ ਕਿਸੇ ਨੇ। ਸੋ ਬਹੁਤ ਸਾਰੇ ਸਮਾਲ ਬਿਜ਼ਨਸ ਦੀ ਬੈਕਬੋਨ ਉਹਦੀ ਕਮਿਊਨਿਟੀ ਹੈਗੇ। ਜਦੋਂ ਸਮਾਲ ਬਿਜ਼ਨਸ ਦੀ ਟੈਕਸ ਦੇਖਦੇ ਗਿਆ ਤਾਂ 9% 'ਤੇ ਲੈ ਕੇ ਆਂਦਾ, ਲੋਐਸਟ ਇਨ G7 ਨੇਸ਼ਨ। ਕੌਣ ਲੈ ਕੇ ਆਇਆ? ਲਿਬਰਲ ਗਵਰਨਮੈਂਟ। ਮੂਵਿੰਗ ਜਿਹੜਾ ਫਰਦਰ ਹੈਗਾ ਸਾਡਾ ਇਸ ਵੇਲੇ ਪਲਾਨ ਲੋਕਾਂ 'ਤੇ ਐਡੀਸ਼ਨਲ ਬਰਡਨ ਬਣਦੀ ਨਹੀਂ, ਇਨਫੈਕਟ ਉਹਨਾਂ ਦੀ ਸਪੋਰਟ ਕਰਨ ਦੀ ਹੈਗੀ। ਇਹੀ ਤਾਂ ਕਾਰਨ ਆ ਵੀ ਦੋ ਇਸ ਵੇਲੇ ਜਿਹੜੀਆਂ ਨੇ ਸਟਾਰਕ ਚੋਇਸਿਸ ਹੈਗੀਆਂ, ਡਿਸਟਿੰਕਟ ਚੋਇਸਿਸ ਹੈਗੀਆਂ। ਇੱਕ ਪਾਸੇ ਪ੍ਰੋਗਰੈਸਿਵ ਲਿਬਰਲ ਗਵਰਨਮੈਂਟ ਔਰ ਦੂਸਰੇ ਪਾਸੇ ਰਾਈਟ ਵਿੰਗ ਜਿਹੜੀ ਉਹ ਆਈਡੀਓਲੋਜੀ। ਸੋ ਇਹ ਲੋਕਾਂ ਨੇ ਇਹਦਾ ਫੈਸਲਾ ਕਰਨਾ। ਇਹੀ ਕਾਰਨ ਹੈ ਇਲੈਕਸ਼ਨ ਦਾ। ਹੁਣ ਲੋਕਾਂ ਕੋਲ ਮੌਕਾ ਹੈਗਾ। ਅਸੀਂ ਸਰੀ ਨਿਊਟਨ ਦਾ ਵੀ ਇਹ ਮੁੱਦਾ ਕਹਿ ਲੈਂਦੇ ਹਾਂ, ਅਸੀਂ ਪੂਰੇ ਕੈਨੇਡਾ ਦਾ ਵੀ ਮੁੱਦਾ ਕਹਿ ਲੈਂਦੇ ਹਾਂ, ਗਨਸ ਐਂਡ ਗੈਂਗ ਵਾਇਲੈਂਸ। ਜੇ ਅਸੀਂ ਸਰੀ ਦੇ ਵਿੱਚ ਦੇਖੀਏ ਤਾਂ ਹਰ ਦਿਨ ਸਾਨੂੰ ਘਟਨਾਵਾਂ ਦੀਆਂ ਜਿਹੜੀਆਂ ਖਬਰਾਂ ਮਿਲਦੀਆਂ ਹੈਗੀਆਂ, ਨੌਜਵਾਨ ਬੱਚਿਆਂ ਦੀਆਂ ਮੌਤਾਂ ਦੀਆਂ ਖਬਰਾਂ ਮਿਲਦੀਆਂ। ਅਸੌਲਟ ਸਟਾਈਲ ਰਾਈਫਲ ਦੇ ਉੱਤੇ ਆਲਰੇਡੀ ਲਿਬਰਲਸ ਨੇ ਜਿਹੜਾ ਬੈਨ ਲਗਾਇਆ ਹੋਇਆ, ਪਰ ਹੁਣ ਅੱਗੇ ਦੀ ਕੀ ਸਟ੍ਰੈਟਜੀ ਹੋਏਗੀ ਕਿ ਇਹ ਬਿਲਕੁਲ ਜਿਹੜੀਆਂ ਨੇ ਰੂਟਸ ਤੋਂ, ਇੱਕ ਹੁੰਦਾ ਕਿ ਰੂਟਸ ਖਤਮ ਕਰਨੀਆਂ, ਇੱਕ ਹੁੰਦਾ ਕਿ ਸੋਇਲ ਚੇਂਜ ਕਰਨੀ, ਕਿ ਰੂਟਸ ਤਾਂ ਹੈਗੀਆਂ ਨੇ ਪਰ ਉਹਨੂੰ ਜਿਹੜੀ ਮਿੱਟੀ ਆ ਉਹ ਵੀ ਚੇਂਜ ਹੋਣੀ ਚਾਹੀਦੀ ਹੈ। ਹੁਣ ਉਹਦੇ ਲਈ ਕਾਨੂੰਨ ਚੇਂਜ ਕਰਨ ਦੀ ਵੀ ਕਈ ਲੋਕ ਕਹਿ ਰਹੇ ਆ ਕਿ ਲੋੜ ਹੈਗੀ ਹੈ, ਕਈ ਲੋਕ ਕਹਿ ਰਹੇ ਆ ਕਿ ਕਾਨੂੰਨਾਂ ਨੂੰ ਹੋਰ ਸਖਤ ਕਰਨ ਦੀ ਲੋੜ ਹੈਗੀ ਹੈ, ਤੇ ਹੋਰ ਗਨਸ ਜਿਹੜੀਆਂ ਨੇ ਸਟਰੀਟ ਗਨਸ ਹੈਗੀਆਂ ਨੇ ਉਹਨਾਂ ਨੂੰ ਵੀ ਬੈਨ ਕਰਨ ਦੀ ਲੋੜ ਹੈ। ਅੱਗੇ ਕੀ ਕੀਤਾ ਜਾਏਗਾ ਲਿਬਰਲ ਸਰਕਾਰ ਵੱਲੋਂ ਜੇ 2021 ਦੇ ਵਿੱਚ ਗਵਰਨਮੈਂਟ ਦੁਬਾਰਾ ਬਣਦੀ ਹੈ ਤਾਂ? ਦੇਖੋ, ਬੜਾ ਇੰਪੋਰਟੈਂਟ ਕੁਐਸਚਨ ਤੁਸੀਂ ਪੁੱਛਿਆ। ਇਹ ਇਕੱਲੀ ਸਰੀ ਨਿਊਟਨ ਦੀ ਪ੍ਰੋਬਲਮ ਨਹੀਂ, ਇਨਫੈਕਟ ਤੁਸੀਂ ਦੇਖੋ ਡੈਲਟਾ 'ਚ ਵੀ ਪਿੱਛੇ ਜੇ ਸਾਰੀਆਂ ਵਾਰਤਾਲਾਵਾਂ ਹੋਈਆਂ ਉਹ ਮੇਰਾ ਖਿਆਲ ਬਹੁਤੀਆਂ ਸਰੀ ਤੋਂ ਬਾਹਰ ਵੀ ਬਹੁਤ ਸਾਰੀਆਂ ਹੋਈਆਂ, ਚਾਹੇ ਉਹ ਬਰਨਬੀ ਹੋਵੇ, ਐਬਸਫੋਰਡ ਹੋਵੇ, ਲੈਂਗਲੀ ਹੋਵੇ। ਉਹ ਦੇਖਣ ਨੂੰ ਇਹ ਲੱਗਦਾ ਕਿਉਂਕਿ ਸਾਡੀ ਕਮਿਊਨਿਟੀ ਇੱਥੇ ਰਹਿੰਦੀ ਵੀ ਸਾਰਾ ਕੁਝ ਇੱਥੇ ਹੋ ਰਿਹਾ। ਇਨਫੈਕਟ ਜਦੋਂ ਇਹ ਸਾਨੂੰ ਕੰਟਰੋਲ ਕਰਨਾ, ਇਹ ਜਿਹੜਾ ਮਸਲਾ ਹੈਗਾ ਇਹ ਸਾਰਾ ਅੱਗੇ ਕਹਿੰਦੇ ਇੱਕ ਬੱਚਾ ਰੇਜ਼ ਕਰਨਾ ਸਾਰਾ ਪਿੰਡ ਚਾਹੀਦਾ, ਠੀਕ ਹੈ ਨਾ। ਇਹਦੇ ਵਿੱਚ ਸਾਨੂੰ ਕਮਿਊਨਿਟੀ ਨੂੰ, ਪੇਰੈਂਟਸ ਨੂੰ, ਐਜ਼ ਕਮਿਊਨਿਟੀ ਐਸੋਸੀਏਸ਼ਨ ਨੂੰ, ਸਕੂਲ ਬੋਰਡਸ, ਆਲ ਆਰਡਰਸ ਆਫ ਗਵਰਨਮੈਂਟ ਨੂੰ ਇਕੱਠੇ ਕੰਮ ਕਰਨਾ ਪੈਣਾ ਤਾਂ ਕਿ ਅਸੀਂ ਇਹਨੂੰ ਜਿਹੜਾ ਹੈਗਾ ਇਸ ਚੀਜ਼ ਨਾਲ ਨਜਿੱਠ ਸਕੀਏ। ਪਰ ਸੋ ਫਾਰ ਨਜਿੱਠਣ ਲਈ ਇਹ ਵੀ ਇੱਕੋ ਸਟਾਰਕ, ਦੇਖੋ ਜਿਹੜੀ ਮੈਂ ਤੁਹਾਨੂੰ ਦੱਸਦਾ ਦੋ ਡਿਸਟਿੰਕਟ ਚੋਇਸਿਸ। ਇੱਕ ਪਾਸੇ ਹੈਗੀ ਆ ਲਿਬਰਲ ਗਵਰਨਮੈਂਟ ਜਾਂ ਅਸੀਂ ਕਿਹਾ ਵੀ ਜਿਹੜੀਆਂ ਮਿਲਟਰੀ ਸਟਾਈਲ ਅਸੌਲਟ ਰਾਈਫਲਸ ਆ ਉਹ ਸਾਡੀ ਕਮਿਊਨਿਟੀ 'ਚ ਬਿਲੋਂਗ ਨਹੀਂ ਕਰਦੀਆਂ, ਸਾਡੇ ਨੇਬਰਹੁੱਡ 'ਚ ਬਿਲੋਂਗ ਨਹੀਂ ਕਰਦੀਆਂ, ਉਹ ਅਸੀਂ ਟੋਟਲ ਬੈਨ ਕਰੀਆਂ, ਠੀਕ ਹੈ ਨਹੀਂ। ਔਰ ਦੂਸਰਾ ਇਹ ਅਸੀਂ ਕਿਹਾ ਵੀ ਅਸੀਂ ਇੱਕ ਬਾਏ ਬੈਕ ਪ੍ਰੋਗਰਾਮ ਲੈ ਕੇ ਆਵਾਂਗੇ ਜਿਹਦੇ ਵਿੱਚ ਤਕਰੀਬਨ $250 ਮਿਲੀਅਨ ਇਨਵੈਸਟ ਕਰਾਂਗੇ ਤਾਂ ਕਿ ਲੋਕ ਜਿਹੜੇ ਨੇ ਉਹ ਇਹ ਆਪਣੇ ਹਥਿਆਰ ਗੌਰਮੈਂਟ ਕੋਲ ਜਮ੍ਹਾਂ ਕਰਾ ਦੇਣ ਤਾਂ ਕਿ ਅਸੀਂ ਇਹਨਾਂ ਨੂੰ ਡਿਸਟਰੈਕਟ ਕਰ ਸਕੀਏ। ਜੇ ਨਹੀਂ ਕੋਈ ਚਾਹੁੰਦਾ ਉਹ ਅਸੀਂ ਉਹਨੂੰ ਇਸ ਤਰੀਕੇ ਨਾਲ ਉਹਦੀ ਬਦਲੀ ਕਰਾਂਗੇ ਗੌਰਮੈਂਟ ਦੇ ਖਰਚੇ 'ਤੇ ਤਾਂ ਕਿ ਉਹ ਕਦੇ ਵੀ ਜਿਹੜਾ ਚਲਾ ਨਹੀਂ ਸਕੂ, ਇੱਕ ਉਹ ਪ੍ਰਦਰਸ਼ਨੀ ਜਿਹੜੀ ਆ ਉਹ ਬਣ ਕੇ ਰਹਿ ਜਾਊਗਾ। ਇਹ ਤਾਂ ਇਹ ਹੈਗਾ। ਤੁਸੀਂ ਕਿਹਾ ਵੀ ਮੂਵਿੰਗ ਫਾਰਵਰਡ ਹੋਰ ਕੀ ਕਰ ਰਹੇ ਹਾਂ। ਮੂਵਿੰਗ ਫਾਰਵਰਡ ਜਿਹੜਾ ਹੈਗਾ ਅਸੀਂ ਮਿਊਨਿਸਪੈਲਿਟੀਜ਼ ਅਤੇ ਸਿਟੀਜ਼ ਨੂੰ ਕਿਹਾ ਵੀ ਤੁਹਾਨੂੰ ਅਸੀਂ $1 ਬਿਲੀਅਨ ਜਿਹੜਾ ਉਹ ਦੇਵਾਂਗੇ ਜੇਕਰ ਤੁਸੀਂ ਹੈਂਡ ਗਨਸ ਬੈਨ ਕਰਨੀਆਂ ਚਾਹੁੰਦੇ ਹੋ ਤਾਂ ਅਸੀਂ ਤੁਹਾਡੀ ਫੁੱਲੀ ਸਪੋਰਟ ਕਰਾਂਗੇ ਔਰ ਲੈਜਿਸਲੇਸ਼ਨ ਵੀ ਲਿਆਵਾਂਗੇ। ਬਾਕੀ ਆਈ ਗਨ ਟ੍ਰੈਫਿਕਿੰਗ ਜਿਹੜੀ ਬਾਹਰੋਂ ਸਮਗਲਿੰਗ ਹੋ ਰਹੀ ਉਹਨੂੰ ਰੋਕਣ ਲਈ ਅੱਗੇ ਕੰਜ਼ਰਵੇਟਿਵ ਪਾਰਟੀ ਸੀ, ਉਹਨਾਂ ਨੇ ਕੀ ਕੀਤਾ ਸੀ ਜਦੋਂ ਉਹ ਪਾਵਰ ਸੀ, CBSA ਨੂੰ ਕੱਟ ਲਾਏ, RCMP ਨੂੰ ਕੱਟ ਲਾਏ। ਅਸੀਂ ਜਿਹੜੇ ਸੀਗੇ $96 ਮਿਲੀਅਨ ਪਾ ਕੇ ਇਨਵੈਸਟ ਕਰਕੇ ਉਹ ਵਧਾਏ ਤਾਂ ਕਿ ਬਾਹਰੋਂ ਆਉਣ ਵਾਲੀ ਸਮਗਲਿੰਗ ਆ ਉਹਨੂੰ ਰੋਕਿਆ ਜਾਵੇ। ਨਾਲ ਹੀ ਜਿਹੜਾ ਹੈਗਾ ਜੇ ਹੈਂਡ ਗਨਸ ਨੂੰ ਬੈਨ ਕਰਨਾ ਚਾਹੁੰਦੇ ਹੋ ਗਿਆ। ਫਿਰ ਹੈਗਾ ਐਜੂਕੇਸ਼ਨਲ ਪ੍ਰੋਗਰਾਮਸ, ਉਹ ਵੀ ਬਹੁਤ ਇੰਪੋਰਟੈਂਟ ਹੈਗੇ ਕਿਉਂਕਿ ਸਾਨੂੰ ਜਿਹੜੇ ਸਾਡੇ ਯੰਗ ਬੱਚੇ ਜਿਹੜੇ ਐਟ ਰਿਸਕ ਨੇ, ਯੂਥ ਇੱਧਰਲੇ ਪਾਸੇ ਨੂੰ ਜਾ ਸਕਦਾ, ਉਹਨਾਂ ਦੀ ਸਾਨੂੰ ਮਦਦ ਜਿਹੜੀ ਆ ਉਹ ਔਨ ਗੋਇੰਗ ਕਰਨੀ ਪੈਣੀ। ਉਹਦੇ ਵਿੱਚ ਪਿੱਛੇ ਰੈਕਡ ਬੜਾ ਕਲੀਅਰ ਆ ਕਿਉਂਕਿ ਫੈਡਰਲ ਗਵਰਨਮੈਂਟ ਜਿਹੜੀ ਆ ਉਹ ਇਹ ਡਿਸੀਜਨ ਨਹੀਂ ਮੇਕ ਕਰ ਸਕਦੀ ਵੀ ਕਿਹੜਾ ਪ੍ਰੋਗਰਾਮ ਲੈ ਕੇ ਆਉਣਾ। ਅਸੀਂ ਕਿਹਾ ਵੀ ਸਿਟੀ ਬਾਈ ਸਿਟੀ ਦੇਖੇ, ਹੁਣ ਸਿਟੀ ਆਫ ਸਰੀ ਆ ਉਹ ਬੈਟਰ ਡਿਸੀਜਨ ਬਣਾ ਸਕਦੇ ਕਿ ਉਹਨਾਂ ਦੇ ਕੰਸਟੀਟੂਐਂਟਸ ਲਈ ਵੀ ਕਿਹੋ ਜਿਹੀ ਸਹੂਲਤ ਚਾਹੀਦੀ ਆ। ਪਰ ਅਸੀਂ ਐਜ ਏ ਫੈਡਰਲ ਗਵਰਨਮੈਂਟ ਸਾਰਿਆਂ ਨਾਲੋਂ ਵੱਧ ਜੇ ਕਿਸੇ ਸਿਟੀ ਨੂੰ ਪੈਸੇ ਮਿਲੇ ਆ ਤਾਂ ਉਹ ਸਿਟੀ ਆਫ ਸਰੀ ਨੂੰ $7.5 ਮਿਲੀਅਨ ਜਿਹੜੇ ਸੀ ਉਹ ਦਿੱਤੇ ਔਰ ਉਹ ਸਿਟੀ ਆਫ ਸਰੀ ਨੇ ਅੱਗੇ 10 ਆਰਗੇਨਾਈਜੇਸ਼ਨਾਂ ਲਈਆਂ, 11 ਪ੍ਰੋਗਰਾਮ ਕੀਤੇ ਤਾਂ ਕਿ 4700 ਜਿਹੜਾ ਹੈਗਾ ਇੰਡੀਵਿਜੂਅਲ, 4500 ਇੰਡੀਵਿਜੂਅਲ ਉਹਦੀ ਅਸੀਂ ਮਦਦ ਕਰ ਸਕੀਏ। ਉਹ 'ਚੋਂ ਆਲਰੇਡੀ ਤਕਰੀਬਨ 2100 ਜੰਗ ਬੱਚਾ ਜਿਹਦੀ ਮਦਦ ਕਰ ਚੁੱਕੇ ਨੇ ਜਿਹੜਾ ਐਟ ਰਿਸਕ ਸੀਗਾ ਇੱਧਰ ਜਾਣ ਨੂੰ, ਔਰ 320 ਦੇ ਕਰੀਬ ਜਿਹੜੇ ਪੇਰੈਂਟਸ ਐਂਡ
ਦੂਸਰੇ ਕੇਅਰ ਗਿਵਰਸ ਨੇ। ਸੋ ਅਸੀਂ ਇਹ ਜਿੱਥੇ ਲਾਭ ਬਣਾਉਣ ਦੀ ਗੱਲ ਆਉਂਦੀ, ਗਨ ਟ੍ਰੈਫਿਕਿੰਗ ਦੀ ਜੇ ਕਰੂਗਾ ਕੋਈ ਸਮਗਲ ਕਰਦਾ, ਉਹਦੀਆਂ ਸਜ਼ਾਵਾਂ ਅਸੀਂ ਡਬਲ ਕਰ ਦਿਆਂਗੇ। ਬੈਕਗਰਾਊਂਡ ਚੈੱਕਸ ਜਿਹੜੇ ਨੇ ਉਹ ਕਰ ਦਾਂਗੇ। ਲਾਈਫ ਟਾਈਮ ਹਿਸਟਰੀ ਜਿਹੜੀ ਆ ਲਾਈਫ ਟਾਈਮ ਬੈਨ ਕਰ ਦਾਂਗੇ ਜੇ ਕਿਸੇ ਨੇ ਪਿੱਛੇ ਜਿਹੜਾ ਹੈਗਾ ਕੋਈ ਵਾਇਲੈਂਸ, ਚਾਹੇ ਉਹ ਅਗੇਂਸਟ ਆਪਣੀ ਵਾਈਫ ਦੇ ਹਸਬੈਂਡ ਦੇ ਇੰਡੀ ਸਪਾਊਸ ਦੇ ਹੋਵੇ ਜਾਂ ਜਿਹੜੀ ਆ ਉਹ ਬਾਹਰ ਹੋਵੇ। ਸੋ ਇਹੋ ਜਿਹੇ ਸਖਤ ਕਾਨੂੰਨ ਦੀ ਤਾਂ ਕਾਨੂੰਨ, ਸਖਤ ਬੈਕਗਰਾਊਂਡ ਚੈੱਕ ਅਤੇ ਬਣਦੀਆਂ ਜਿਹੜੀਆਂ ਇਨਵੈਸਟਮੈਂਟਸ ਕਮਿਊਨਿਟੀ 'ਚ ਉਹ ਕਰਾਂਗੇ। ਦੂਜਾ ਵੱਡਾ ਮੁੱਦਾ ਇਹਨਾਂ ਇਲੈਕਸ਼ਨਸ ਦੇ ਵਿੱਚ ਆ ਰਿਹਾ ਹੈਗਾ ਇਨਵਾਇਰਨਮੈਂਟ ਨੂੰ ਲੈ ਕੇ, ਕਲਾਈਮੇਟ ਚੇਂਜ ਨੂੰ ਲੈ ਕੇ। ਇਨਵਾਇਰਨਮੈਂਟ ਦੀ ਗੱਲ ਜਿਹੜੀ ਉਹ ਕੀਤੀ ਜਾ ਰਹੀ ਹੈਗੀ ਹੈ ਕਿ 2050 ਤੱਕ ਇਨਵਾਇਰਨਮੈਂਟ ਨੂੰ ਅਸੀਂ ਕਹਿ ਜ਼ੀਰੋ ਐਮਿਸ਼ਨ ਬਣਾ ਦੇਵਾਂਗੇ, ਅਸੀਂ ਗ੍ਰੀਨ ਐਨਰਜੀ ਵਾਲਾ ਬਣਵਾ ਦੇਵਾਂਗੇ। 2050 ਜਿਹੜਾ ਬਹੁਤ ਦੂਰ ਹੈਗਾ ਆ। ਸੋ ਛੇਤੀ ਤੋਂ ਛੇਤੀ ਜਿਹੜਾ ਇਹ ਚੀਜ਼ਾਂ ਨੂੰ ਕੰਟਰੋਲ ਕਰਨ ਦੇ ਲਈ ਸਰਕਾਰ ਦੇ ਵੱਲੋਂ ਕੀ ਕੀਤਾ ਜਾ ਰਿਹਾ? ਕਿਉਂਕਿ ਜਦੋਂ ਪਾਈਪਲਾਈਨਸ ਦੀ ਗੱਲ ਆਉਂਦੀ ਹੈ ਤਾਂ ਇੱਕ ਪਾਸੇ ਸਰਕਾਰ ਪਾਈਪਲਾਈਨ ਬਣਾਉਣ ਦੇ ਵਾਅਦੇ ਕਰ ਰਹੀ ਹੈ, ਪਾਈਪਲਾਈਨ ਬਣ ਰਹੀ ਹੈ, ਅਤੇ ਦੂਜੇ ਪਾਸੇ ਇਨਵਾਇਰਨਮੈਂਟ ਨੂੰ ਜਿਹੜਾ ਉਹ ਸਾਫ਼ ਰੱਖਣ ਦੇ ਲਈ, ਸੁਰੱਖਿਅਤ ਰੱਖਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ। ਦੋਨੇ ਚੀਜ਼ਾਂ ਬੈਲੈਂਸ ਕਿਵੇਂ ਕੀਤੀਆਂ ਜਾਣਗੀਆਂ? ਬਿਫੋਰ ਆਈ ਕਮ ਟੂ ਦਿਸ ਕੁਐਸਚਨ, ਜਿਹੜਾ ਪਿਛਲਾ ਸੀ ਤੁਸੀਂ ਕੁਐਸਚਨ ਹੀ ਉਹ ਪੁੱਛਦੇ ਜਿਹਦੇ ਸਟਾਰਕ 'ਚ ਗਨਜ਼ ਵਾਲਾ ਵੀ ਸੀ। ਦੇਖੋ, ਇੱਕ ਪਾਸੇ ਲਿਬਰਲ ਸਰਕਾਰ ਬੈਨ ਕਰਦੀ ਹੈ ਗਨਜ਼, ਔਰ ਦੂਜੇ ਪਾਸੇ ਜਿਹੜੇ ਨੇ ਕਿਉਂਕਿ ਅਸੀਂ ਪਬਲਿਕ ਸੇਫਟੀ 'ਚ ਵਿਸ਼ਵਾਸ ਰੱਖਦੇ ਹਾਂ, ਔਰ ਦੂਸਰੇ ਪਾਸੇ ਕੰਜ਼ਰਵੇਟਿਵ ਲੀਡਰ ਓਟੂਲ ਨੇ, ਉਹ ਕਹਿੰਦੇ ਮੈਂ ਆਇਆ, ਮੈਂ ਇਹ ਜਿਹੜਾ ਲੈਜਿਸਲੇਸ਼ਨ ਉਹਨੂੰ ਰਿਪੈਲ ਕਰ ਦੂੰ। ਕਿਉਂ? ਕਿਉਂਕਿ ਉਹ ਸਿਰਫ ਤੇ ਸਿਰਫ ਚਾਹੁੰਦੇ ਨੇ ਕਿ ਉਹ ਜਿਹੜੀ ਗਨ ਲੌਬੀ ਆ ਉਹਦੀ ਮਦਦ ਕਰਨ, ਕਿਉਂਕਿ ਗਨ ਲੌਬੀ ਆ ਜਿਨ੍ਹਾਂ ਨੇ ਉਹਨਾਂ ਨੂੰ ਲੀਡਰ ਬਣਾਉਣ ਦੇ ਵਿੱਚ ਇੰਡੋਰਸਮੈਂਟ ਕੀਤੀ। ਹੁਣ ਆ ਗਈ ਇਹ ਵੀ ਬੜਾ ਸਟਾਰਕ ਚੋਇਸ ਹੈਗੀ ਜਿਹੜੀ ਇਨਵਾਇਰਨਮੈਂਟ ਦੀ ਤੁਸੀਂ ਗੱਲ ਕੀਤੀ। ਜੇ ਅਸੀਂ ਕੰਜ਼ਰਵੇਟਿਵ ਦਾ ਪੁਰਾਣਾ ਰੈਕਡ ਚੱਕੀਏ, ਈਵਨ ਦੋ ਕਹਿੰਦੇ ਸੀ 2030 ਤੱਕ ਅਸੀਂ ਜਿਹੜਾ ਹੈਗਾ 30% ਰਿਡਿਊਸ ਕਰਾਂਗੇ ਜਿਹੜੀਆਂ ਗੈਸ ਐਮਿਸ਼ਨ ਜਿਹੜੇ ਹੈਗੇ ਨੇ, ਰਾਈਟ। ਪਰ ਦੇਖਿਆ ਜਾਵੇ ਜੇ ਅਸੀਂ ਉਸ ਰਫਤਾਰ ਨਾਲ ਚੱਲਦੇ ਤਾਂ 12% ਉਹਨਾਂ ਨੇ ਐਡ ਕਰਨਾ ਸੀ, ਬਜਾਏ 30% ਘਟਾਉਣ ਦੇ 12% ਐਡ ਹੋ ਜਾਣਾ ਸੀ। ਉਹ ਜੇ ਮਿਸਟਰ ਹਾਰਪਰ ਵਾਲੀ ਪਲਾਨ ਫੋਲੋ ਕਰਦੇ, ਅਤੇ ਅਸੀਂ ਜਿਹੜੀ ਪਲਾਨ ਲੈ ਕੇ ਆਏ ਉਹਦੇ ਨਾਲ 36% 2030 ਤੱਕ ਜਿਹੜੇ ਨੇ ਉਹ ਐਮਿਸ਼ਨ ਜਿਹੜੇ ਨੇ ਉਹ ਘਟਣਗੇ। 2050 ਤੱਕ ਜਿਹੜੇ ਹੈਗੇ ਜ਼ੀਰੋ ਨੈਟ ਐਮਿਸ਼ਨਸ ਲੈ ਕੇ ਆਵਾਂਗੇ। 2035 ਤੱਕ ਇਹ ਬਣਾ ਦਿਆਂਗੇ ਕਿ ਕੋਈ ਵੀ ਵਹੀਕਲ ਜਿਹੜੀ ਜ਼ੀਰੋ ਨੈਟ ਐਮਿਸ਼ਨਸ ਨਹੀਂ ਪ੍ਰੋਡਿਊਸ ਕਰਦੀ ਉਹਨੂੰ ਜਿਹੜਾ ਹੈਗਾ ਅਸੀਂ ਉਹ ਕੈਨੇਡਾ 'ਚ ਵਿਕਣ ਨਹੀਂ ਦੇਵਾਂਗੇ। ਦਰੱਖਤ ਲਾਉਣ ਦੀ ਗੱਲ ਆ, ਉਹ ਦਰੱਖਤ ਲਾਵਾਂਗੇ। ਓਸ਼ਨ ਪ੍ਰੋਟੈਕਸ਼ਨ ਸਟ੍ਰੈਟਜੀ ਉਹਦੇ ਵਿੱਚ ਆਲਰੇਡੀ ਇਨਵੈਸਟਮੈਂਟਸ ਮੇਕ ਕੀਤੀਆਂ, ਕਿਉਂਕਿ ਬੱਚੇ ਸਾਡੇ ਕਹਿੰਦੇ ਨੇ। ਮੇਰਾ ਆਪਣਾ ਬੇਟਾ ਕਹਿੰਦਾ ਸੀ, ਉਹ ਕਹਿੰਦਾ ਸੀ ਡੈਡ ਤੁਹਾਡੇ ਵਾਲੀ ਜਨਰੇਸ਼ਨ ਆ ਜਿਹੜੀ ਉਹ ਕਮਰਸ਼ਲਾਈਜ਼ ਕੀਤਾ, ਉਹਨੇ ਜਿਹੜਾ ਸੀਗਾ ਉਹ ਅੱਜ ਵਾਧਾ ਕੀਤਾ ਇਹਦੇ ਵਿੱਚ। ਸਾਡੀ ਜਿਹੜੀ ਯੰਗ ਜਨਰੇਸ਼ਨ ਆ ਉਹ ਇਹਨੂੰ ਕਲੀਨ ਕਰਨਾ ਚਾਹੁੰਦੀ। ਇਸੇ ਚੀਜ਼ ਨੂੰ ਮੱਦੇ ਨਜ਼ਰ ਰੱਖ ਕੇ ਹੀ ਜਦੋਂ ਦੇਖਦੇ ਹਾਂ ਤਾਂ ਜਿਹੜੇ ਗ੍ਰੀਨ ਲੀਡਰ ਵੀ ਨੇ ਉਹ ਵੀ ਇੰਡੋਰਸਮੈਂਟ ਕਰਦੇ ਹੈਗੇ ਆ ਕਿ ਲਿਬਰਲ ਪਾਰਟੀ, ਤੁਸੀਂ ਦੇਖਿਆ ਹੋਣਾ ਗ੍ਰੀਨ ਐਮਪੀ ਜਿਹੜੇ ਗ੍ਰੀਨ ਪਾਰਟੀ ਦੇ ਐਟਲਾਂਟਿਕ ਕੈਨੇਡਾ ਤੋਂ ਚੁਣੇ ਸੀ, ਉਹਨਾਂ ਨੇ ਕੀ ਚੂਜ਼ ਕੀਤਾ? ਟੂ ਸਿਟ ਇਨ ਇਹ ਲਿਬਰਲ ਕਾਕਸ। ਕਿਉਂ? ਕਿਉਂਕਿ ਜਦੋਂ ਆਪਾਂ ਦੇਖਦੇ ਹਾਂ ਇਨਵਾਇਰਨਮੈਂਟਲ ਪਾਲਿਸੀ ਜਿਹੜੀਆਂ ਹੈਗੀਆਂ ਉਹ ਲਿਬਰਲ ਦੀਆਂ, ਦੂਸਰੇ ਪਾਸੇ ਕੰਜ਼ਰਵੇਟਿਵ ਦੀਆਂ ਤੁਹਾਨੂੰ ਦੱਸ ਹੀ ਦਿੱਤੀਆਂ। ਪਾਈਪਲਾਈਨਸ ਦੇ ਬਾਰੇ ਕੀ ਕਹੋਗੇ ਕਿ ਇੱਕ ਪਾਸੇ ਬੈਲੈਂਸ ਕਿਵੇਂ ਹੋਏਗਾ? ਦੇਖੋ, ਪਾਈਪਲਾਈਨ ਜਿਹੜੀ ਹੈਗੀ ਆ ਉਹ ਬੜੀ ਜ਼ਰੂਰੀ ਸੀਗੀ, ਕਿਉਂਕਿ ਜੇ ਅਸੀਂ ਅੱਜ ਇੰਟਰਨੈਸ਼ਨਲ ਮਾਰਕੀਟਸ ਦੇ ਵਿੱਚ ਲੈ ਕੇ ਜਾਣਾ ਹੈਗਾ ਸਾਡੇ ਜਿਹੜੇ ਫਿਊਲਸ ਨੂੰ, ਤਾਂ ਇਹ ਬੜੇ ਜ਼ਰੂਰੀ ਸੀਗਾ ਕਿ ਉਹ ਪਾਈਪਲਾਈਨ ਜਿਹੜੀ ਆ ਉਹਦੀ ਕੰਸਟਰਕਸ਼ਨ ਹੋਵੇ। ਪਰ ਐਟ ਦੀ ਸੇਮ ਟਾਈਮ ਅਸੀਂ ਜਿਹੜੇ ਸੀਗੇ ਇੰਡੀਜਨਸ ਕਮਿਊਨਿਟੀਜ਼ ਦੇ ਨਾਲ ਵਾਰਤਾਲਾਪ ਕੀਤਾ, ਐਨਵਾਇਰਨਮੈਂਟਲਿਸਟ ਦੇ ਨਾਲ ਵਾਰਤਾਲਾਪ ਕੀਤਾ ਟੂ ਮੇਕ ਸ਼ੋਰ ਕਿ ਜਿਹੜਾ ਬੈਲੈਂਸ ਆ ਉਹ ਰੱਖਿਆ ਜਾਵੇ। ਆਪਾਂ ਓਸ਼ਨ ਪ੍ਰੋਟੈਕਸ਼ਨ ਸਟ੍ਰੈਟਜੀ ਦੀ ਗੱਲ ਕਰਦੇ ਹਾਂ। ਜਿਹੜੇ ਟੈਂਕਰ ਹੋਣਗੇ ਉਹ ਡਬਲ ਵਾਲਡ ਟੈਂਕਰ ਜਿਹੜੇ ਨੇ, ਜਾਂ ਜਿਹੜੀਆਂ ਜਿਹੜੀ ਫਿਸ਼ ਹੈਬੀਟੈਟ ਲਈ ਜਿਹੜੀ ਹੈਗੀ ਆ ਉੱਥੇ ਇਨਵੈਸਟਮੈਂਟਸ ਕਰਾਂਗੇ, ਔਰ ਦੂਸਰੇ ਦਰੱਖਤ ਜਿਹੜੇ ਆ ਉਹ ਲਾਵਾਂਗੇ। ਸੋ ਬੈਲੈਂਸ ਰੱਖ ਕੇ ਚੱਲਦੇ ਆ। ਇੱਕ ਇਹੀ ਤਾਂ ਫਰਕ ਹੈਗਾ। ਦੇਖੋ, NDP ਕੀ ਕਹਿੰਦੀ ਆ ਵੀ ਇਕੱਲੀ ਇਨਵਾਇਰਨਮੈਂਟ, ਠੀਕ ਹੈ ਨਾ। ਕੰਜ਼ਰਵੇਟਿਵ ਕੀ ਕਹਿੰਦੇ ਆ, ਇਨਵਾਇਰਨਮੈਂਟ ਦਾ ਬੈਠੇ ਪੱਠਾ, ਅਸੀਂ ਜਿਹੜੀ ਆ ਇਕੱਲੀ ਜਿਹੜੀ ਆ ਉਹ ਇੱਧਰ ਇਕੋਨਮੀ ਵਾਲੇ ਪਾਸੇ। ਪਰ ਇੱਕੋ ਹੀ ਇੱਕ ਪਾਰਟੀ ਹੈਗੀ ਜਿਹੜੀ ਬੈਲੈਂਸ ਰੱਖ ਕੇ ਚੱਲ ਰਹੀ ਆ, ਉਹ ਹੈਗੀ ਆ ਪ੍ਰੋਗਰੈਸਿਵ ਵਿਜ਼ਨ ਜਸਟਿਨ ਟਰੂਡੋ, ਲਿਬਰਲ ਪਾਰਟੀ ਦੀ ਸਰੀ ਨਿਊਟਨ ਸੁਖ ਧਾਲੀਵਾਲ ਦੀ। ਕੀ ਕਿ ਇੱਕ ਪਾਸੇ ਸਾਨੂੰ ਸਟਰੋਂਗ ਇਕਨੋਮਿਕ ਅਪਰਚੁਨਿਟੀਜ਼ ਹੋਣੀਆਂ ਚਾਹੀਦੀਆਂ, ਔਰ ਦੂਸਰੇ ਪਾਸੇ ਜਿਹੜੀਆਂ ਨੇ ਜਿਹੜਾ ਸਾਡਾ ਇਨਵਾਇਰਨਮੈਂਟ ਆ ਉਹ ਵੀ ਐਟ ਦੀ ਸੇਮ ਟਾਈਮ। ਤਾਂ ਹੀ ਹੈਗਾ ਅਸੀਂ ਜਿਹੜੀਆਂ ਵੱਧ ਤੋਂ ਵੱਧ ਇਨਵੈਸਟਮੈਂਟਸ ਆਉਣ ਵਾਲੇ ਫਿਊਚਰ 'ਚ ਕੀ ਕਰ ਰਹੇ ਹਾਂ, ਕਿਉਂਕਿ ਕੈਨੇਡਾ ਨੇ ਜੇ ਦੁਨੀਆ 'ਤੇ ਉੱਤੇ ਲੀਡਰ ਹੈਗਾ ਜਦੋਂ ਗ੍ਰੀਨ ਟੈਕਨੋਲੋਜੀ ਦੀ ਗੱਲ ਆਉਂਦੀ ਹੈ। ਦਿਸ ਇਜ਼ ਵੇਅਰ ਵੀ ਆਰ ਗੋਇੰਗ ਟੂ ਮੇਕ ਇਨਵੈਸਟਮੈਂਟਸ ਕਿ ਆਉਣ ਵਾਲੇ ਸਮੇਂ ਦੇ ਵਿੱਚ ਗ੍ਰੀਨ ਟੈਕਨੋਲੋਜੀ ਦੇ ਵਿੱਚ ਇਨਵੈਸਟਮੈਂਟਸ ਕਰੀਏ ਤਾਂ ਕਿ ਸਾਡੇ ਯੰਗ ਬੱਚੇ ਹੈਗੇ ਉਹਨਾਂ ਲਈ ਅਪਰਚੁਨਿਟੀ ਜਿਹੜੀਆਂ ਨੇ ਉਹ ਦੁਨੀਆ ਲੈਵਲ 'ਤੇ ਬਣ ਸਕਣ।
ਹਾਊਸਿੰਗ ਅਫੋਰਡੇਬਿਲਟੀ ਦੀ ਵੀ ਗੱਲ ਕਰ ਲੈਂਦੇ ਆ, ਕਿਉਂਕਿ ਹਾਊਸਿੰਗ ਦਾ ਮੁੱਦਾ ਵੀ ਛਾਇਆ ਹੋਇਆ ਇਹਨਾਂ ਇਲੈਕਸ਼ਨਸ ਦੇ ਵਿੱਚ। ਅਫੋਰਡੇਬਿਲਟੀ ਦੀ ਘਾਟ ਹੈਗੀ ਹੈ, ਹਾਊਸ ਨਹੀਂ ਅਫੋਰਡ ਕੀਤੇ ਜਾ ਰਹੇ। ਬਹੁਤ ਸਾਰੇ ਲੋਕਾਂ ਦੇ ਕਹਿ ਸਕਦੇ ਹਾਂ ਕਿ ਉਹ ਸੋਚ ਵੀ ਨਹੀਂ ਸਕਦੇ ਕਿ ਅਸੀਂ ਕੈਨੇਡਾ ਦੇ ਵਿੱਚ ਆਪਣਾ ਘਰ ਖਰੀਦ ਸਕਦੇ ਹਾਂ। ਫਰਸਟ ਟਾਈਮ ਹੋਮ ਬਾਇਰ ਜਿਹੜੇ ਨੇ ਉਹ ਇਹ ਸੋਚ ਵੀ ਨਹੀਂ ਸਕਦੇ ਕਿ ਅਸੀਂ ਕੈਨੇਡਾ ਦੇ ਵਿੱਚ ਸਾਡਾ ਆਪਣਾ ਘਰ ਹੋ ਸਕਦਾ ਹੈ, ਕਿਉਂਕਿ ਜਦੋਂ ਵੇਜਿਸ ਦੀ ਗੱਲ ਆਉਂਦੀ ਹੈ ਜਾਂ ਫਿਰ ਅਫੋਰਡੇਬਿਲਟੀ ਦੀ ਗੱਲ ਆਉਂਦੀ ਹੈ ਤਾਂ ਹਰ ਕੋਈ ਕਹਿੰਦਾ ਹੈ ਕਿ ਅਫੋਰਡ ਕਰਨਾ ਜਿਹੜਾ ਬਹੁਤ ਔਖਾ ਹੋ ਗਿਆ ਕੈਨੇਡਾ ਦੇ ਵਿੱਚ ਰਹਿਣਾ। ਅਫੋਰਡੇਬਿਲਟੀ ਨੂੰ ਲੈ ਕੇ, ਹਾਊਸਿੰਗ ਨੂੰ ਲੈ ਕੇ ਕੀ ਸਟ੍ਰੈਟਜੀ ਹੈ? ਦੇਖੋ, ਬਹੁਤ ਵਧੀਆ ਕੁਐਸਚਨ ਰੇਜ਼ ਕੀਤਾ। ਜਦੋਂ ਆਪਾਂ ਅਫੋਰਡੇਬਿਲਟੀ ਦੀ ਗੱਲ ਕਰਦੇ ਤੁਸੀਂ ਦੇਖੋ ਪਿੱਛੇ ਰੈਕਡ ਬੜਾ ਕਲੀਅਰ ਆ, ਕਿਉਂਕਿ ਜੇ ਟੈਕਸ ਰਿਡਿਊਸ ਕੀਤੇ ਤਾਂ ਆਰਡੀਨਰੀ ਜਿਹੜੇ ਵਰਕਿੰਗ ਕੈਨੇਡੀਅਨ ਘੱਟ ਇਨਕਮ ਵਾਲੇ ਉਹਨਾਂ ਦੀ ਕੀਤੀ, ਕਿਉਂ? ਤਾਂ ਕਿ ਥੋੜ੍ਹੇ ਐਡੀਸ਼ਨਲ ਡਾਲਰ ਉਹਨਾਂ ਦੀ ਜੇਬ 'ਚ ਜਾ ਸਕਣ। ਚਾਈਲਡ ਕੇਅਰ ਜਿਹੜੇ ਸੀਗੇ ਤਕਰੀਬਨ $1200 ਪਰ ਹਾਊਸ ਹੋਲਡ, 25,000 ਬੱਚਿਆਂ ਦੀ ਇਕੱਲੀ ਸਰੀ ਨਿਊਟਨ 'ਚ ਹੀ ਮਦਦ ਕਰਨੀ, ਔਰ ਕਿੱਡੀ ਵੱਡੀ ਗਿਣਤੀ 'ਚ ਕ੍ਰਾਸ ਕੈਨੇਡਾ ਹੈਗੀ, ਉਹ ਸੀਗੀਆਂ ਪਾਲਿਸੀ ਤਾਂ ਕਿ ਐਡੀਸ਼ਨਲ ਮਨੀ ਫੈਮਿਲੀ ਕੋਲ ਜਾ ਸਕੇ। ਪਰ ਪਰਟੀਕੂਲਰਲੀ ਜਦੋਂ ਹਾਊਸਿੰਗ ਇੰਡਸਟਰੀ ਦੀ ਗੱਲ ਕਰਦੇ ਹੈਗੇ ਆ, ਉਹਦੇ ਵਿੱਚ ਸਰੀ ਦੇ ਵਿੱਚ ਤਕਰੀਬਨ ਜਿਹੜੇ ਨੇ ਅਸੀਂ $26 ਮਿਲੀਅਨ ਜਿਹੜੇ ਸੀਗੇ ਉਹ ਅਫੋਰਡੇਬਲ ਹਾਊਸਿੰਗ ਦੇ ਵਿੱਚ ਪਹਿਲਾਂ ਇਨਵੈਸਟ ਕੀਤੇ। ਉਹਦੇ ਵਿੱਚ ਇੱਕ ਪ੍ਰੋਜੈਕਟ ਕਲੀਅਰ ਹੈਗਾ ਸਰੀ ਨਿਊਟਨ ਦੇ ਵਿੱਚ ਹੀ, ਕੈਕਨੋ ਹਾਊਸ ਕਹਿੰਦੇ ਉਹਨੂੰ, 75-140 ਤੇ ਉਹ ਅਸੀਂ ਉਹਦੀ ਗਰਾਊਂਡ ਬ੍ਰੇਕਿੰਗ ਸੈਰੇਮਨੀ ਵੀ ਕੀਤੀ ਸੀ, ਮੈਨੂੰ ਯਾਦ ਆ। ਅਤੇ ਮੈਂ ਹੁਣ ਜਾ ਕੇ ਲੋਕਾਂ ਨੂੰ ਪੁੱਛਿਆ, ਬੜੇ ਖੁਸ਼ ਨੇ ਔਰ ਬੜੀ ਖੁਸ਼ੀ ਦੇ ਨਾਲ ਉੱਥੇ ਜਿਹੜਾ ਉਹ ਰਹਿ ਰਹੇ ਨੇ। ਇਹ ਪਾਲਿਸੀ ਸੀਗੀ ਜਿਹਨੇ ਹੋਮਲੈਸਨੈਸ ਵੀ ਜਿਹੜੀ ਆ ਉਹ ਘਟਾਈ ਆ। ਔਰ ਨਾਲ ਹੀ ਜਿਹੜੀ ਫਿਰ ਅਸੀਂ ਉਹ ਤੋਂ ਬਾਅਦ ਰੈਪਿਡ ਹਾਊਸਿੰਗ ਲੈ ਕੇ ਆਏ ਵੀ ਮੇਅਰ ਸਰੀ ਨੂੰ ਕਿਹਾ, ਭਾਈ ਦੱਸੋ ਤੁਹਾਨੂੰ ਪ੍ਰੋਜੈਕਟ ਹੈਗਾ ਤੁਹਾਡੇ ਕੋਲ? ਕਹਿੰਦੇ ਹੈਗਾ। 26 ਮਿਲੀਅਨ ਓਵਰਨਾਈਟ ਵਿਆਹ ਚੱਕੋ, ਪ੍ਰੋਜੈਕਟ ਬਣਾਓ। ਜਦੋਂ ਉਹ ਤਿਆਰ ਹੋ ਗਿਆ ਅਗਲਾ ਪ੍ਰੋਜੈਕਟ ਦੇਵਾਂ। ਸੋ ਅਸੀਂ ਜਿਹੜੀਆਂ ਇਨਵੈਸਟਮੈਂਟ ਪਿੱਛੇ ਕੀਤੇ, ਪਰ ਮੂਵਿੰਗ ਫਾਰਵਰਡ ਸਾਨੂੰ ਫਿਰ ਅਸੀਂ ਕਰਨਾ ਪੈਣਾ। ਅਸੀਂ 1.4 ਮਿਲੀਅਨ ਨਿਊ ਹੋਮ ਜਾਂ ਰੈਨੋਵੇਟ ਕਰਨੇ ਆ ਹੋਮਸ, ਤਾਂ ਕਿ ਜਿਹੜਾ ਉਹ ਆਰਡੀਨਰੀ ਜਿਹੜੇ ਨੇ ਵਰਕਿੰਗ ਕਲਾਸ ਫੈਮਿਲੀ ਉਹਨਾਂ ਤਾਈਂ ਉਹਦਾ ਫਾਇਦਾ ਹੋਵੇ। ਨਾਲ ਹੀ ਅਸੀਂ 2 ਸਾਲ ਲਈ ਫੋਰਨ ਬਾਇਰ ਜਿਹੜਾ ਹਾਊਸਿੰਗ ਇੰਡਸਟਰੀ 'ਚ ਉਹਨੂੰ ਬੰਦ ਕਰ ਦਿਆਂਗੇ, ਬਿਲਕੁਲ ਨਹੀਂ ਹੋਣ ਦੇਵਾਂਗੇ। ਉਹਦਾ ਕਾਰਨ ਆ ਕਿ ਅਸੀਂ ਨਹੀਂ ਚਾਹੁੰਦੇ ਕਿ ਲੋਕ ਇੱਥੇ ਆ ਕੇ ਬਾਹਰੋਂ ਜਿਹੜਾ ਵਾ ਉਹ ਪੈਸੇ ਖਰੀਦਣ, ਤਾਂ ਕਿ ਸਾਡੇ ਦੇ ਲਈ। ਔਰ ਨਾਲ ਹੀ ਅਸੀਂ ਜਿਹੜਾ ਹੈਗਾ ਜਿਹੜਾ ਰੈਂਟ ਟੂ ਓਨ ਦਾ ਕੌਨਸੈਪਟ ਲੈ ਕੇ ਆਏ ਹਾਂ ਵੀ ਜਦੋਂ ਰੈਂਟਲ ਆ ਉਹਨੂੰ ਓਨ ਕਰਨਾ, ਅਸੀਂ ਉਹ ਫੈਸਿਲੀਟੇਟ ਕਰਾਂਗੇ। ਨਾਲ ਜਿਹੜੀਆਂ ਮੌਰਗੇਜ ਪੇਮੈਂਟਸ ਆ ਉਹਨੂੰ ਘਟਾਉਣ ਦੀ ਗੱਲ ਕਰਾਂਗੇ। ਮੋਸਟ ਇੰਪੋਰਟੈਂਟਲੀ ਕਿਉਂਕਿ ਡਾਊਨ ਪੇਮੈਂਟ ਦੀ ਤੁਸੀਂ ਗੱਲ ਕੀਤੀ ਵੀ ਫਸਟ ਹੋਮ ਬਾਇਰ ਬੜਾ ਔਖਾ, ਉਹਦੇ ਵਿੱਚ ਅਸੀਂ ਡਬਲ ਜਿਹੜੀ ਆ ਉਹ ਹੋਮ ਟੈਕਸ ਕ੍ਰੈਡਿਟ ਦੇਵਾਂਗੇ, ਤਾਂ ਕਿ ਅਪ ਟੂ $30,000 ਜਿਹੜੇ ਨੇ ਉਹ ਟੈਕਸ ਫ੍ਰੀ ਵਹੀਕਲ ਦੇ ਵਿੱਚ ਜਿਹੜੀ ਹੈਗੀ ਆ ਉਹ ਮਨੀ ਜੋੜ ਸਕਣ, ਔਰ ਉਹ ਮਨੀ ਜਿਹੜੀ ਆ ਆਉਣ ਵਾਲੇ ਸਮੇਂ ਦੇ ਵਿੱਚ ਘਰ ਲੈਣ ਲਈ ਵਰਤ ਸਕਣ। ਇਸ ਪੈਂਡੈਮਿਕ ਨੇ ਸਾਨੂੰ ਬਹੁਤ ਕੁਝ ਸਿਖਾ ਦਿੱਤਾ ਕਿ ਹੈਲਥ ਕੇਅਰ ਸਿਸਟਮ ਸਟਰੋਂਗ ਹੋਣਾ ਚਾਹੀਦਾ ਆ। 2021 ਦੀ ਸਟ੍ਰੈਟਜੀ ਵਿੱਚ ਜਦੋਂ ਫਾਰਮਾ ਕੇਅਰ ਦੀ ਗੱਲ ਆਉਂਦੀ ਹੈ, ਜਦੋਂ ਦਵਾਈਆਂ ਇਨਕਲੂਡ ਕਰਨ ਦੀ ਗੱਲ ਆਉਂਦੀ ਹੈ, ਕੀ ਕੀਤੀਆਂ ਜਾਣਗੀਆਂ MSP ਦੇ ਅਧੀਨ? ਦੇਖੋ, ਇਹ ਇੱਕ ਬਹੁਤ ਵੱਡਾ ਇਸ਼ੂ ਹੈਗਾ, ਰਾਈਟ। ਇੱਕ ਬਹੁਤ ਵੱਡੀ ਜਿਹੜੀ ਹੈ ਇਹ ਪਾਲਿਸੀ ਹੈਗੀ ਜਿਹਦੇ 'ਤੇ ਸਾਨੂੰ ਡਿਲੀਜੈਂਟਲੀ ਕੰਮ ਕਰਨਾ ਪੈਣਾ। ਜਦੋਂ ਪਬਲਿਕ ਹੈਲਥ ਦੀ ਗੱਲ ਆਉਂਦੀ ਹੈਗੀ ਆ, ਲਿਬਰਲ ਪਾਰਟੀ ਹੋਈ ਆ ਜਿਹੜੀ ਯੂਨੀਵਰਸਲ ਪਬਲਿਕ ਹੈਲਥ ਜਿਹੜਾ ਸੀਗਾ ਕੈਨੇਡਾ 'ਚ ਲੈ ਕੇ ਆਈ, ਔਰ ਉਹ 'ਚ ਉਦੋਂ ਵੀ ਬਿਲੀਵ ਕਰਦੇ ਸੀ, ਅੱਜ ਵੀ ਬਿਲੀਵ ਕਰਦੇ ਆ। ਨਾ ਕਿ ਜਿਸ ਤਰ੍ਹਾਂ ਕੰਜ਼ਰਵੇਟਿਵ ਹੈਗੇ ਨੇ ਉਹ ਪੈਰਲਲ ਜਿਹੜਾ ਹੈਗਾ ਪ੍ਰਾਈਵੇਟਾਈਜੇਸ਼ਨ ਜਿਹੜੀ ਆ ਉਹ ਲੈ ਕੇ ਆਉਂਦੇ। ਉਹ ਅਮਰੀਕਾ ਵਰਗਾ ਸਿਸਟਮ ਜਿਹੜਾ ਵਾ ਉਹ ਕੈਨੇਡੀਅਨਸ ਨਹੀਂ ਲਾਈਕ ਕਰਦੇ ਕਿ ਅਸੀਂ ਇਹੋ ਜਿਹਾ ਸਿਸਟਮ ਜਿਹੜਾ ਉਹ ਲੈ ਕੇ ਆਈਏ। ਪਬਲਿਕ ਹੈਲਥ ਦੀ ਗੱਲ ਹੈਗੀ, ਯੂਨੀਵਰਸਲ ਹੈਲਥ ਕੇਅਰ 'ਚ ਅਸੀਂ ਵਿਸ਼ਵਾਸ ਰੱਖਦੇ ਹਾਂ। ਫਿਰ ਇਸ ਵੇਲੇ ਸ਼ੋਰਟੇਜ ਹੈਗੀ ਆ ਫੈਮਿਲੀ ਡਾਕਟਰਸ ਦੀ, ਉਹਦੇ ਵਿੱਚ ਅਸੀਂ ਜਿਹੜੇ 7500 ਨਿਊ ਫੈਮਿਲੀ ਫਿਜ਼ੀਸ਼ੀਅਨ ਜਿਹੜੇ ਆ ਉਹ ਅਸੀਂ ਲੈ ਕੇ ਆਉਣੇ, ਤਾਂ ਕਿ ਹਰ ਇੱਕ ਕੈਨੇਡੀਅਨ ਜਿਹੜਾ ਹੈਗਾ ਉਹਨੂੰ ਫੈਮਿਲੀ ਫਿਜ਼ੀਸ਼ੀਅਨ ਜਿਹੜਾ ਉਹ ਮੁਹੱਈਆ ਹੋ ਸਕੇ। ਹੈਲਥ ਕੇਅਰ ਦੀ ਗੱਲ ਕਰਦੇ $6 ਬਿਲੀਅਨ ਇਨਵੈਸਟ ਕਰਨੇ ਹੈਗੇ। ਜਿਹੜੀਆਂ ਵੇਟ ਲਾਈਨਸ ਹੈਗੇ, ਵੇਟ ਟਾਈਮ ਬਹੁਤ ਨੇ ਇਸ ਵੇਲੇ, ਤੁਸੀਂ ਨੋਟਿਸ ਕੀਤਾ, ਕੰਸਟੀਟੂਐਂਟਸ ਵੀ ਇਹ ਕਹਿੰਦੇ ਹੋਣਗੇ, ਉਹਨੂੰ ਅਸੀਂ ਘਟਾਉਣ ਲਈ ਉੱਥੇ ਮਦਦ ਕਰਾਂਗੇ। ਨਵੀਆਂ ਟੈਕਨੋਲੋਜੀ ਲਿਆਵਾਂਗੇ ਤਾਂ ਕਿ ਵਰਚੁਅਲ ਮੀਟਿੰਗਸ ਵੀ ਕਰੀਆਂ ਉਹ ਸਪੈਸ਼ਲਿਸਟ ਨਾਲ ਹੋ ਸਕਣ, ਤਾਂ ਕਿ ਇਹਨਾਂ ਚੀਜ਼ਾਂ ਦੇ ਨਾਲ ਜਿੱਥੇ ਅਸੀਂ ਬੈਕਲੌਗ ਘਟਾਉਣਾ ਵਾ, ਸਰਜਰੀ ਦਾ ਹੋਵੇ, ਸਪੈਸ਼ਲਿਸਟ ਦਾ ਹੋਵੇ, ਵੇਟ ਟਾਈਮਸ, ਹੈਲਥ ਵੇਟ ਲਾਈਨ ਟਾਈਮਸ, ਨਾਲ ਹੀ ਜਿਹੜਾ ਹੈਗਾ ਅਸੀਂ ਉਹ ਇਨਵੈਸਟਮੈਂਟ। ਅਤੇ ਜਦੋਂ ਫਾਰਮਾ ਕੇਅਰ ਦੀ ਗੱਲ ਕਰਦੇ ਹਾਂ, ਉਹ ਇੱਕ ਜਦੋਂ ਕਮੇਟੀ ਬੈਠੀ ਉਸ ਦੇ ਉੱਤੇ ਉਹਨੇ ਸਾਨੂੰ ਰਿਕਮੈਂਡੇਸ਼ਨ ਜਿਹੜੀਆਂ ਉਹ ਦਿੱਤੀਆਂ, ਠੀਕ ਹੈ ਨਾ। ਉਹ ਰਿਕਮੈਂਡੇਸ਼ਨ ਅਸੀਂ ਕਲੋਜ਼ਲੀ ਫੋਲੋ ਕਰ ਰਹੇ ਹਾਂ, ਉਹਨੂੰ ਜਿਹੜੀਆਂ ਨੇ ਉਹ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਔਰ ਪ੍ਰੀਵੀਅਸਲੀ ਇੱਕ ਜਿਹੜਾ ਬਲਕ ਬਾਇੰਗ ਕਰਕੇ ਜਿਹੜਾ ਸੀ ਕੈਨੇਡਾ ਗੌਰਮੈਂਟ ਨੇ ਕੀਤਾ, ਉਹਦੇ ਨਾਲ ਜਿਹੜੀਆਂ ਸੀਗੀਆਂ ਉਹ ਦਵਾਈਆਂ ਦੀਆਂ ਕੀਮਤਾਂ ਜਿਹੜੀਆਂ ਸੀ ਉਹ ਘਟਾਈਆਂ ਗਈਆਂ। ਮੇਨ ਸਾਰੇ ਮੁੱਦਿਆਂ 'ਤੇ ਗੱਲ ਹੋ ਰਹੀ ਹੈ, ਪਰ ਲਾਸਟ ਦੇ ਵਿੱਚ ਮੈਂ ਗੱਲ ਕਰਨਾ ਚਾਹੂੰਗੀ ਅਫਗਾਨਿਸਤਾਨ ਤੋਂ ਜਿਹੜੇ ਇੱਥੇ ਪਹੁੰਚੇ ਹੋਏ ਨੇ ਜਾਂ ਉੱਥੇ ਫਸੇ ਹੋਏ ਨੇ, ਉਹਨਾਂ ਦੇ ਲਈ ਸਰਕਾਰ ਦਾ ਕੀ ਸਟੈਂਡ ਹੈ? ਕਿਉਂਕਿ ਜਦੋਂ ਜਸਟਿਨ ਟਰੂਡੋ ਦੀ ਗੱਲ ਆਉਂਦੀ ਹੈ ਤਾਂ ਉਹਨਾਂ ਨੇ ਕਿਹਾ ਕਿ ਹਜੇ ਬਹੁਤ ਦੂਰ ਹੈ ਉਸ ਬਾਰੇ ਸੋਚਣਾ, ਤਾਲਿਬਾਨ ਸਰਕਾਰ ਨੂੰ ਮਾਨਤਾ ਦੇਣਾ। ਸਰਕਾਰ ਦਾ ਤੇ ਤੁਹਾਡਾ ਕੀ ਸਟੈਂਡ ਹੈ ਅਫਗਾਨਿਸਤਾਨ ਦੇ ਬਾਰੇ?
ਦੇਖੋ ਜਦੋਂ ਵੀ ਕਿਸੇ ਵੀ ਜਿਹੜੀ ਹੈਗੀ ਆ ਸਰਕਾਰ ਨੂੰ ਮਾਨਤਾ ਦੇਣਾ ਉਹਦੇ ਲਈ ਬੜੇ ਵੱਡੇ ਫੈਕਟਰ ਜਿਹੜੇ ਨੇ ਉਹ ਕਾਊਂਟ ਹੁੰਦੇ ਨੇ। ਉਹਦੇ ਵਿੱਚ ਮੇਕ ਸ਼ੋਰ ਕਰਨਾ ਪੈਂਦਾ ਬਈ ਜਿੱਥੇ ਹਿਊਮਨ ਰਾਈਟਸ ਦੀ ਗੱਲ ਆਵੇ, ਵਿਮਨ ਰਾਈਟਸ ਦੀ ਗੱਲ ਆਵੇ, ਮਿਨੋਰਟੀ ਦੀ ਗੱਲ ਆਵੇ, ਡੈਮੋਕ੍ਰੇਸੀ ਦੀ ਗੱਲ ਆਵੇ, ਉਹ ਚੀਜ਼ਾਂ ਸਾਰੀਆਂ ਜਿਹੜੀਆਂ ਨੇ ਉਹਨਾਂ 'ਤੇ ਉਹਨੂੰ ਅਸੀਂ ਨਜ਼ਰ ਅੰਦਾਜ਼ ਨਹੀਂ ਕਰ ਸਕਦੇ। ਉਹਨਾਂ 'ਤੇ ਸਾਨੂੰ ਫੋਕਸ ਕਰਨਾ ਪੈਣਾ ਐਜ਼ ਏ ਗੌਰਮੈਂਟ। ਪਰ ਜਿੱਥੇ ਤਾਈਂ ਕਿਉਂਕਿ ਦੇਖੋ ਜਿਹੜੀ ਸਾਡੀ ਇਮੀਗ੍ਰੇਸ਼ਨ ਪਾਲਿਸੀ ਹੈ ਉਹ 'ਤੇ ਵੀ ਮੈਨੂੰ ਮਾਣ, ਕਿਉਂਕਿ ਬੜੀ ਬੈਲੈਂਸ ਪਾਲਿਸੀ ਹੈਗੀ ਜਿਹਦੇ ਵਿੱਚ ਅਸੀਂ ਜਿਹੜਾ ਹੈ ਸਰਟਨ ਨੰਬਰ ਆਫ ਰਿਫਿਊਜੀ ਲੈ ਕੇ ਆਉਣੇ ਹੁੰਦੇ ਆ, ਸਰਟਨ ਨੰਬਰ ਆਫ ਸਪਾਊਸਲ ਐਪਲੀਕੇਸ਼ਨਾਂ ਤੇ ਚਲੋ ਕੋਈ ਗਿਣਤੀ ਨਹੀਂ, ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਹੋਏ, ਇਕਨੋਮਿਕ ਨੀਤੀ, ਉਹਦੇ ਵਿੱਚ ਜਿਹੜੇ ਅਸੀਂ ਰਿਫਿਊਜੀ ਲੈ ਕੇ ਆਉਣੇ ਆ ਕਿਉਂਕਿ ਕੈਨੇਡਾ ਇੱਕ ਕੰਪੈਸ਼ਨੇਟ ਨੇਸ਼ਨ ਆ, ਸਾਡੀ ਇੱਕ ਇੰਟਰਨੈਸ਼ਨਲ ਜ਼ਿੰਮੇਵਾਰੀ ਬਣਦੀ। ਉਹਦੇ ਵਿੱਚ ਅਸੀਂ ਕਿਹਾ ਸੀ ਅਸੀਂ 40,000 ਦੇ ਕਰੀਬ ਜਿਹੜੇ ਨੇ ਉਹ ਅਫਗਾਨਿਸਤਾਨ ਤੋਂ ਰਿਫਿਊਜੀਜ਼ ਲੈ ਕੇ ਆਵਾਂਗੇ, ਜਿਹਦੇ ਵਿੱਚ ਜਿਹੜੇ ਚਾਹੇ ਉਹ ਸਾਡੀ ਇੰਟਰਪ੍ਰੇਟਰ ਦੇ ਤੌਰ 'ਤੇ ਮਦਦ ਕੀਤੀ ਹੋਵੇ ਜਾਂ ਸਾਡੀ ਫੋਰਸ ਦੀ ਡਾਇਰੈਕਟਲੀ ਇਨਡਾਇਰੈਕਟਲੀ, ਚਾਹੇ ਉਹ ਮਿਨੋਰਟੀਜ਼ ਹੋਣ, ਚਾਹੇ ਸਿੱਖਸ ਐਂਡ ਹਿੰਦੂਜ਼ ਹੈਗੇ ਨੇ ਜਾਂ ਹੋਰ ਕਮਿਊਨਿਟੀਜ਼ ਜਿਹੜੀਆਂ ਮਿਨੋਰਟੀ ਕਮਿਊਨਿਟੀਜ਼ ਉੱਥੇ ਬੈਠੀਆਂ ਅਫਗਾਨਿਸਤਾਨ 'ਚ, ਉਹਨੂੰ ਔਰ ਇੰਡੀਵਿਜੂਅਲ ਵੀ ਦੇਖੋ ਇਹ ਤਾਂ ਹੈ ਪਬਲਿਕ ਪਾਲਿਸੀ। ਹੁਣੇ ਮੇਰਾ ਦਫ਼ਤਰ ਦੱਸਦਾ ਸੀ, ਇਹ ਦਾਅਵੇ ਨਾਲ ਕਹਿ ਸਕਦੇ ਤੁਹਾਡੇ ਜਿਹੜੇ ਲਿਸਨਰਸ ਨੇ, ਅਫਗਾਨਿਸਤਾਨ ਤੋਂ ਜਿਹੜੇ ਰਿਸ਼ਤੇਦਾਰ ਦੋਸਤ ਮਿੱਤਰ ਬਾਹਰ ਬੈਠੇ ਉਹ ਵਰੀਡ ਨੇ। ਬਹੁਤ ਸਾਰੇ ਮੈਂਬਰਸ ਆਫ ਪਾਰਲੀਮੈਂਟ ਨੇ ਕੰਜ਼ਰਵੇਟਿਵ ਪਾਰਟੀ ਦੇ ਉੱਥੇ ਹੈਗੇ ਨੇ ਔਰ ਉਹ ਆਨਸਰ ਨਹੀਂ ਕਰਦੇ ਟੈਲੀਫੋਨਸ ਉਹਨਾਂ ਦੇ। ਅਸੀਂ ਜਿਹੜਾ ਵੀ ਅਫਗਾਨਿਸਤਾਨ ਇਸ਼ੂ ਦੇ ਉੱਤੇ ਸਾਡੇ ਆਫਿਸ 'ਚ ਆ ਰਿਹਾ ਇਸ ਵੇਲੇ ਅਸੀਂ ਫੁੱਲ ਪ੍ਰਾਇਓਰਟੀ ਉਹਨੂੰ ਦੇ ਰਹੇ ਹਾਂ। ਮੇਕ ਸ਼ੋਰ ਕੀਤਾ ਜਾ ਰਿਹਾ ਕਿ ਜਿਨ੍ਹਾਂ ਦੀਆਂ ਫੈਮਲੀਜ਼ ਉੱਥੇ ਸਟਕ ਹੈਗੀਆਂ ਉਹਨਾਂ ਦੀ ਜਿਹੜੀ ਆ ਉਹ ਮਦਦ ਅਸੀਂ ਇੰਡੀਵਿਜੂਅਲ ਕੀਤੀ ਜਾਵੇ, ਪਰ ਔਨ ਏ ਨੈਸ਼ਨਲ ਸੀਨ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਅਸੀਂ ਕਮਿਟਡ ਹੈਗੇ ਆ। ਗੌਰਮੈਂਟ ਜਿਹੜੀ ਆ ਉਹਨੇ ਆਲਰੇਡੀ ਜਿਹੜਾ ਵਾ ਉੱਥੋਂ ਫਲਾਈ ਆਊਟ ਵੀ ਕੀਤੇ ਹੈਗੇ ਆ ਜਿਹੜੇ ਪੀਪਲ ਐਟ ਰਿਸਕ ਸੀਗੇ, ਅਤੇ ਫਿਊਚਰ ਦੇ ਵਿੱਚ ਵੀ ਅਸੀਂ ਜਿਹੜਾ ਇਹ ਕਰਾਂਗੇ। ਬਹੁਤ ਵਧੀਆ। ਤੇ ਕੀ ਕਹਿਣਾ ਚਾਹੁੰਦੇ ਆ ਜਿਹੜੇ ਤੁਹਾਡੀ ਰਾਈਡਿੰਗ ਦੇ ਵਿੱਚ ਲੋਕ ਰਹਿ ਰਹੇ ਨੇ ਤੇ ਆਲ ਓਵਰ ਕੈਨੇਡਾ ਦੇ ਵਿੱਚ ਇਲੈਕਸ਼ਨਸ ਦੇ ਬਾਰੇ ਕੀ ਮੈਸੇਜ ਹੋਏਗਾ ਅੱਜ ਦੇ ਲਈ? ਦੇਖੋ ਆਪਾਂ ਜੇ ਪਹਿਲਾਂ ਰਾਈਡਿੰਗ ਤੋਂ ਸ਼ੁਰੂ ਕਰੀਏ ਤਾਂ ਰਾਈਡਿੰਗ ਦੇ ਵਿੱਚ ਉਹ ਮੈਂਬਰ ਨੂੰ ਚੁਣਨਾ ਚਾਹੀਦਾ ਜਿਹੜਾ ਜਿਹਦੀ ਐਕਸੈਸਿਬਿਲਿਟੀ ਅਕਾਊਂਟੇਬਿਲਿਟੀ ਬਹੁਤ ਜ਼ਰੂਰੀ ਹੈਗੀ। ਉਹ ਚੁਣਿਆ ਹੋਇਆ ਨੁਮਾਇੰਦਾ ਇਹ ਨਾ ਹੋਵੇ ਵੀ ਅੱਜ ਤੁਸੀਂ ਬਿੱਲ ਬੋਰਡ ਪੜ੍ਹ ਰਹੇ ਹੋ ਉਹਦੇ ਵੀ ਉਹ ਬਿੱਲ ਬੋਰਡ ਤਾਂ ਹੀ ਲੱਗੇ ਹੋਏ ਨੇ ਵੀ ਉਹ ਇਲੈਕਸ਼ਨ 'ਚ ਆਏ ਤਾਂ ਮੁੜ ਕੇ ਉਹ ਟੱਕਰਦੇ ਨਹੀਂ। ਇਲੈਕਸ਼ਨ ਟਾਈਮ ਐਡਵਰਟਾਈਜ਼ਮੈਂਟ ਹੋਈ ਅਤੇ ਚਲੇ ਗਏ, ਜੇ ਨਹੀਂ ਜਿੱਤੇ ਤਾਂ ਮੁੜ ਕੇ ਨਹੀਂ ਦਿੰਦੇ, ਜੇ ਜਿੱਤ ਗਏ ਤਾਂ ਬਹੁਤ ਸਾਰੇ ਐਮਪੀਜ਼ ਹੈਗੇ ਨੇ ਉਹਨਾਂ ਦੀ ਤੁਸੀਂ ਇੱਥੇ ਦੇਖੋ ਸਰੀ ਦੇ ਵਿੱਚ ਕਿੰਨੇ ਐਮਪੀ ਇਕੱਲੀ ਸਰੀ ਤੇ ਡੈਲਟਾ ਦੇ ਲਾ ਲਈਏ ਅਸੀਂ ਜਿਹੜੀ 5-6 ਅਸੀਂ ਐਮਪੀਜ਼ ਹੈਗੇ ਉਹਦੇ ਵਿੱਚੋਂ ਜੇ ਅੱਜ ਦੇਖਣਾ ਹੈਗਾ ਸਾਰਿਆਂ ਨਾਲੋਂ ਜ਼ਿਆਦਾ ਐਕਸੈਸੀਬਲ ਐਮਪੀ ਕੌਣ ਹੈਗਾ ਉਹ ਹੈਗਾ ਸਰੀ ਨਿਊਟਨ ਤੋਂ ਸੁਖ ਧਾਲੀਵਾਲ। ਹਰ ਇੱਕ ਜਿਹੜਾ ਡਜ਼ਨਟ ਮੈਟਰ 24/7 ਫਰੋਮ ਡੇ 1 ਟੂ ਟੂਡੇ ਬੜੀ ਪੈਸ਼ਨ ਦੇ ਨਾਲ ਮੈਂ ਲੋਕਾਂ ਦੀ ਜਿਹੜੀ ਆ ਉਹ ਸੇਵਾ ਕਰ ਰਿਹਾ ਔਰ ਉਹਨਾਂ ਦੇ ਮਸਲੇ ਜਿਹੜੀ ਆ ਆਵਾਜ਼ ਧੜੱਲੇ ਨਾਲ ਆਟਵਾ ਦੇ ਵਿੱਚ ਕਾਕਸ 'ਚ ਉਠਾ ਰਿਹਾ। ਇਸ ਵੇਲੇ ਲੋੜ ਆ ਵੀ ਉਹਨਾਂ ਨੂੰ ਪਰਖਿਆ ਹੋਇਆ ਨੁਮਾਇੰਦਾ ਜਿਹੜਾ ਉਹਨਾਂ ਦਾ ਚੁਣਿਆ ਹੋਇਆ ਨੁਮਾਇੰਦਾ ਉਹਨਾਂ ਦੇ ਵਿੱਚ ਰਹੇ, ਉਹਨਾਂ ਦੇ ਦੁੱਖ ਸੁੱਖ ਸ਼ਰੀਕ ਹੋਵੇ, ਉਹਨਾਂ ਦੀਆਂ ਮੰਗਾਂ ਨੂੰ ਆਟਵਾ 'ਚ ਲੈ ਕੇ ਜਾਂਦਾ ਹੋਵੇ। ਉਹ ਜਿਹੜਾ ਮੇਰਾ ਪ੍ਰੂਵਨ ਰੈਕਡ ਹੈਗਾ ਸਰੀ ਨਿਊਟਨ ਸੁਖ ਧਾਲੀਵਾਲ ਦਾ, ਸੁਖ ਧਾਲੀਵਾਲ ਨੂੰ ਵੋਟ ਪਾਓ। ਔਰ ਤੁਸੀਂ ਨੈਸ਼ਨਲ ਗੱਲ ਕੀਤੀ ਹੈਗੀ ਆ, ਦੇਖੋ ਨੈਸ਼ਨਲ 2 ਸਟਾਰਕ ਚੋਇਸਿਸ ਹੈਗੀਆਂ। ਇੱਕ ਪਾਸੇ ਹੈਗੇ ਨੇ ਜਸਟਨ ਟਰੂਡੋ ਜਿਹੜੇ ਚਾਹੁੰਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੋਵਿਡ ਨੂੰ ਨਜਿੱਠਣਾ, ਉਹਦੇ ਲਈ ਅਸੀਂ ਸੂਬਿਆਂ ਦੀ ਮਦਦ ਕਰਨੀ ਹੈਗੀ ਆ। ਜਿਹੜੀ ਹੈ ਕੈਨੇਡਾ ਚਾਈਲਡ ਕੇਅਰ ਜਿਹੜੀਆਂ ਪਾਲਿਸੀਜ਼ ਉਹ ਲੈ ਕੇ ਆਉਣੀਆਂ ਨੇ, ਨਾਲ ਜਿਹੜੀ ਸਟਰੋਂਗ ਇਕੋਨਮੀ ਸਸਟੇਨੇਬਲ ਇਕੋਨਮੀ ਦੀ ਗੱਲ ਜਿੱਥੇ ਕਰਦੇ, ਨਾਲ ਵਧੀਆ ਇਨਵਾਇਰਮੈਂਟ ਵੀ ਜਿਹੜਾ ਉਹ ਵੀ ਲੈ ਕੇ ਆਉਣਾ। ਸੀਨੀਅਰਸ ਦੀ ਗੱਲ ਕਰਦੇ ਹਾਂ, ਉਹਨਾਂ ਦੀਆਂ ਪੈਨਸ਼ਨ ਸਿੰਗਲ ਸੀਨੀਅਰਸ ਉਹਨਾਂ ਨੂੰ $500, ਕਪਲ ਜਿਹੜੇ ਨੇ $750, ਉਹ ਇਸ 75 ਸਾਲ ਤੋਂ ਬਾਅਦ 10%, ਵਿਡੋਜ਼ ਐਂਡ ਵਿਡੋਜ਼ ਪੈਨਸ਼ਨ 25%। ਸੋ ਹਰ ਇੱਕ ਵਰਗ ਜਿਹੜਾ ਹੈਗਾ ਔਰ ਗਨਸ ਬੈਨ ਕਰਨ ਦੀ ਗੱਲ ਕਰਦੇ ਹੈਗੇ ਆ, ਉਹ ਲੈਜਿਸਲੇਸ਼ਨ ਹੈਗਾ। ਪਰ ਦੂਜੇ ਪਾਸੇ ਹੈਗੇ ਨੇ ਉਹ ਟੂਲ ਜਿਹੜੇ ਕਹਿੰਦੇ ਨੇ ਮੈਂ ਕੈਨੇਡਾ ਚਾਈਲਡ ਕੇਅਰ ਜਿਹੜਾ ਹੈਗਾ ਨੇ $10 ਡੇ ਕੇਅਰ ਉਹਨੂੰ ਵੀ ਰਿਪੈਲ ਕਰ ਦੂੰਗਾ। ਗਨ ਜਿਹੜੀਆਂ ਨੇ ਲੈ ਕੇ ਆਏ ਆ ਬੈਨ ਕਰਨ ਨੂੰ ਉਹਨੂੰ ਵੀ ਰਿਪੈਲ ਕਰ ਦੂੰਗਾ। ਇਨਵਾਇਰਮੈਂਟ ਦੀ ਪਾਲਿਸੀ ਦੱਸ ਹੀ ਦਿੱਤੀ ਆ ਵੀ ਉਹਨਾਂ ਦੇ ਅੰਡਰ ਕਿੱਥੇ ਜਾਊ। ਸੋ ਉਹ ਜਦੋਂ ਆਪਾਂ ਦੇਖਦੇ ਹੈਗੇ ਆ ਔਰ ਕੋਵਿਡ ਦੇ ਵਿੱਚ ਕਿਸ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਜਸਟਨ ਟਰੂਡੋ ਸੀਗੇ ਉਹ ਉੱਭਰ ਕੇ ਜਿਹੜਾ ਸੀਗਾ ਵਰਲਡ ਲੀਡਰ ਆਇਆ। ਸੋ ਨੈਸ਼ਨਲ ਲੈਵਲ ਦੇ ਉੱਤੇ ਇੱਕ ਪਰਖਿਆ ਹੋਇਆ ਲੀਡਰ ਜਸਟਨ ਟਰੂਡੋ, ਲਿਬਰਲ ਪਾਰਟੀ ਸਰੀ ਨਿਊਟਨ 'ਚ ਤੁਹਾਡਾ ਆਪ ਦਾ ਪਰਖਿਆ ਹੋਇਆ ਐਕਸੈਸੀਬਲ ਲੋਕਾਂ ਤਾਈਂ ਪਹੁੰਚ ਕਰਨ ਵਾਲਾ, ਲੋਕਾਂ ਦੀ ਮੇਰੇ ਤੱਕ ਜਿਹੜੀ ਆਸਾਨੀ ਨਾਲ ਪਹੁੰਚ ਹੋ ਸਕਦੀ ਹੈ, ਉਹ ਉਮੀਦਵਾਰ ਸੁਖ ਧਾਲੀਵਾਲ ਵੋਟਾਂ ਪਾਓ
20 ਸਤੰਬਰ ਨੂੰ ਸਰੀ ਨਿਊਟਨ ਚੋਂ ਤੇ ਸਾਰੀ ਕੱਲੀ ਰਾਈਡਿੰਗ ਚੋਂ ਲਿਬਰਲ ਉਮੀਦਵਾਰ ਨੂੰ ਜਿਤਾ ਕੇ ਭੇਜੋ ਤਾਂ ਕਿ ਜਸਟਿਨ ਟਰੂਡੋ ਜਿਹੜੇ ਨੇ ਉਹ ਨੈਕਸਟ ਪ੍ਰਧਾਨ ਮੰਤਰੀ ਬਣ ਸਕਣ। ਥੈਂਕ ਯੂ ਸੋ ਮਚ ਐਂਡ ਗੁੱਡ ਲੱਕ ਫॉर ਦ ਇਲੈਕਸ਼ਨਸ। ਧੰਨਵਾਦ ਅਗੇਨ ਅਰਸ਼ ਜੀ ਤੁਹਾਡਾ ਔਰ ਸਾਂਝਾ ਟੀਵੀ ਦਾ ਕਿ ਤੁਸੀਂ ਜਿਹੜਾ ਹੈਗਾ ਉਹ ਦਰਸ਼ਕਾਂ ਤਾਈਂ ਲੈ ਕੇ ਜਾ ਰਹੇ ਹੋ। ਔਰ ਆਪਾਂ ਕੋਵਿਡ ਦੀ ਗੱਲ ਕੀਤੀ, ਉਹਦੇ ਵਿੱਚ ਵੀ ਬਹੁਤ ਵੱਡਾ ਅਹਿਮ ਰੋਲ ਅਦਾ ਕੀਤਾ, ਜਿਹਦੇ ਵਿੱਚ ਤੁਸੀਂ ਇਨਫੋਰਮੇਸ਼ਨ ਟਾਈਮਲੀ ਕੰਸਟੀਟੂਐਂਟਸ ਤਾਈਂ ਲੈ ਕੇ ਗਏ। ਜਿਹੜਾ ਟੂ ਵੋਟ ਡੈਮੋਕ੍ਰੇਸੀ ਤਾਂ ਹੀ ਸਟਰੋਂਗ ਆ ਜੇ ਲੋਕ ਵੋਟ ਪਾਉਣ। ਤੁਸੀਂ ਉਹਨਾਂ ਨੂੰ ਇਨਕਰੇਜ ਕਰ ਰਹੇ ਹੋ ਕਿ ਹਰ ਇੱਕ ਵੋਟ ਜਿਹੜੀ ਆ ਉਹ ਬੜੀ ਕੀਮਤੀ ਆ, ਉਹ ਬਕਸੇ 'ਚ ਬੰਦ ਕਰੋ। ਤੁਹਾਡਾ ਬਹੁਤ ਬਹੁਤ ਧੰਨਵਾਦ ਡੈਮੋਕ੍ਰੇਸੀ ਨੂੰ ਸਟਰੋਂਗ ਬਣਾਉਣ ਵਾਸਤੇ, ਕੋਵਿਡ ਦੇ ਵਿੱਚ ਜਿਹੜਾ ਸੀ ਸਰਕਾਰ ਦੀ ਔਰ ਹੈਲਥ ਅਥਾਰਟੀ ਦੀ ਮਦਦ ਕਰਨ ਲਈ। ਥੈਂਕ ਯੂ ਸੋ ਮਚ। ਆਲ ਦਾ ਬੈਸਟ। ਜਿਵੇਂ ਤੁਸੀਂ ਦੇਖਿਆ ਅੱਜ ਅਸੀਂ ਕੈਂਪੇਨ ਆਫਿਸ ਪਹੁੰਚੇ ਹੋਏ ਸੀ ਸਰੀ ਨਿਊਟਨ ਦੇ ਵਿੱਚ ਮਿਸਟਰ ਸੁਖ ਧਾਲੀਵਾਲ, ਜਿਨ੍ਹਾਂ ਨੇ ਬਹੁਤ ਸਾਰੇ ਇਸ਼ੂਜ਼ ਦੇ ਉੱਤੇ ਆਪਣਾ ਪੱਖ ਰੱਖਿਆ, ਆਪਣੀ ਪਾਰਟੀ ਦਾ ਪੱਖ ਰੱਖਿਆ। ਪਰ ਤੁਸੀਂ ਆਪਣੀ ਰਿਸਰਚ ਜਿਹੜੀ ਆ ਪੂਰੀ ਕਰਨੀ ਹੈ ਕਿ ਕੌਣ ਹੋਵੇਗਾ ਤੁਹਾਡੀ ਦੇ ਲਈ ਐਮਪੀ ਜਿਹੜਾ ਤੁਹਾਡੇ ਲਈ ਕੰਮ ਕਰੇਗਾ ਤੇ ਤੁਹਾਡੀ ਆਵਾਜ਼ ਆਟਵਾ ਤੱਕ ਲੈ ਕੇ ਜਾਵੇਗਾ। ਤੁਸੀਂ 20 ਸਤੰਬਰ ਨੂੰ ਵੋਟਾਂ ਦੇ ਵਿੱਚ ਜ਼ਰੂਰ ਪਾਰਟਿਸਿਪੇਟ ਕਰਿਓ ਕਿਉਂਕਿ ਐਵਰੀ ਵੋਟ ਕਾਊਂਟਸ, ਹਰ ਵੋਟ ਜਿਹੜੀ ਹੈ ਕਾਊਂਟ ਕਰਦੀ ਹੈ। ਸੋ ਅਸੀਂ ਤੁਹਾਡੇ ਤੱਕ ਇਨਫੋਰਮੇਸ਼ਨ ਇਸੇ ਤਰ੍ਹਾਂ ਪਹੁੰਚਾਉਂਦੇ ਰਵਾਂਗੇ। ਕੈਮਰਾਮੈਨ ਅੰਕਿਤ ਵਾਧਵਾ ਦੇ ਨਾਲ ਮੈਂ ਅਰਸ਼ਦੀਪ, ਸਾਂਝਾ ਟੀਵੀ।